ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਸਾਹਿਬ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਚਾਵਲਾ ਸਾਹਿਬ। ਸਤਿ ਸ੍ਰੀ ਅਕਾਲ ਸਰ ਦਰਸ਼ਕਾਂ ਸਾਰਾ ਕੀ ਹਾਲ ਚਾਲ? ਠੀਕ ਠਾਕ ਹੋ? ਵਧੀਆ ਚਾਵਲਾ ਸਾਹਿਬ, ਬਹੁਤ ਵਧੀਆ ਚਾਵਲਾ ਸਾਹਿਬ, ਬਹੁਤ ਵਧੀਆ ਜੀ। ਜੇ ਆਪਾਂ ਗੱਲ ਕਰੀਏ ਪੰਜਾਬ ਤੋਂ ਹੀ ਸ਼ੁਰੂ ਕਰਾਂਗੇ। ਭਗਵੰਤ ਮਾਨ ਨੇ MSP ਨੂੰ ਲੈ ਕੇ PM ਤੇ ਗ੍ਰਹਿ ਮੰਤਰੀ ਨੂੰ ਚਿੱਠੀ ਲਿਖੀ ਹੈ, ਕੀ ਕਹਿਣਾ ਚਾਹੋਗੇ? ਪੁਰਾਣੀਆਂ ਗੱਲਾਂ ਵੀ ਨਾਲ ਕੀਤੀਆਂ ਚਾਵਲਾ ਸਾਹਿਬ ਜੀ। ਉਹ ਪੰਜਾਬ ਨੇ ਜੀ ਅੰਨ ਭੰਡਾਰ ਦੇ ਵਿੱਚ ਬੜਾ ਜਿਹੜਾ ਕੇਂਦਰੀ ਪੂਲ ਹੈਗਾ, ਬੜਾ ਉਹਦੇ ਵਿੱਚ ਅੰਨ ਭੰਡਾਰ ਪਾਇਆ ਹੈਗਾ ਜੀ। ਪੰਜਾਬ ਨੇ ਕੇਂਦਰ ਸਰਕਾਰ ਨੂੰ ਪੰਜਾਬ ਪ੍ਰਤੀ ਨਰਮ ਰਵੱਈਆ ਕਰਨਾ ਚਾਹੀਦਾ। ਪੰਜਾਬ ਦੇ ਜਿਹੜੇ ਹੈਗੇ ਨੇ ਮੁੱਦਿਆਂ ਤੇ ਗੌਰ ਕਰਨੀ ਚਾਹੀਦੀ ਆ। MSP ਦੀ ਕਮੇਟੀ ਬਣਾਈ ਆ, ਉਹਦੇ ਰਿਵਿਊ ਕਰੋ। ਰਿਵਿਊ ਕਰਨ ਤੋਂ ਬਿਨਾਂ ਗੱਲ ਬਣਨੀ ਨਹੀਂ ਗੀ। ਅਮਿਤ ਸ਼ਾਹ ਤੇ ਪ੍ਰਧਾਨ ਮੰਤਰੀ ਜੀ ਨੂੰ ਚਿੱਠੀ ਲਿਖੀ ਆ ਭਗਵੰਤ ਮਾਨ ਜੀ ਨੇ। ਚਿੱਠੀ ਖੈਰ ਜਿਹੜਾ ਕਿ ਪਹਿਲਾਂ ਤਾਂ ਇਹ ਗੱਲ ਕੀਤੀ ਜਾ ਰਹੀ ਸੀ ਕਿ ਕੇਂਦਰ ਸਰਕਾਰ ਪੰਜਾਬ ਨਾਲ ਵਿਤਕਰਾ ਕਰ ਰਹੀ ਹੈ, ਤੇ ਹੁਣ ਮਾਨ ਸਾਹਿਬ ਥੋੜਾ ਨਰਮ ਹੋਏ ਨੇ ਤੇ ਥੋੜਾ ਨਰਮੀ ਵੀ ਚਿੱਠੀ ਲਿਖੀ ਉਹਨਾਂ ਨੇ ਤੇ ਕਿਹਾ ਕਿ ਪੰਜਾਬ ਤੋਂ ਬਿਨਾਂ MSP ਦੀ ਕੋਈ ਹੋਂਦ ਨਹੀਂ ਹੈਗੀ। ਤੇ ਚਲੋ ਇਹ ਕਾਫੀ ਚਰਚਾ ਚੱਲ ਰਹੀ ਹੈ MSP ਦੇ ਮੁੱਦੇ ਦੇ ਉੱਪਰ, ਤੇ ਕਿਸਾਨ ਆਗੂ ਜਿਹੜੇ ਹੈਗੇ ਬਹੁਤ ਅੱਜ ਖੜ ਗਏ ਆ ਬੁਰੀ ਤਰ੍ਹਾਂ। ਤੇ ਆਪੋ ਆਪਣੀ ਜਿਹੜੀ ਪਾਰਟੀਆਂ, ਕਾਂਗਰਸ ਆਪਣੇ ਤਰੀਕੇ ਨਾਲ, ਅਕਾਲੀ ਦਲ ਆਪਣੇ ਤਰੀਕੇ ਨਾਲ, ਸਾਰੇ ਹੀ ਆਪਣੇ ਤਰੀਕੇ ਨਾਲ ਇਸ ਨੂੰ ਚਲਾ ਰਹੇ ਨੇ। ਜਦਕਿ BJP ਆਖੀ ਜਾਂਦੀ ਹੈ ਕਿ ਅਸੀਂ ਤਾਂ ਕਾਨੂੰਨੀ ਗਰੰਟੀ ਦਿੱਤੀ ਹੋਈ ਕਦੇ ਵੀ ਕਾਨੂੰਨੀ ਗਰੰਟੀ ਦੇਵਾਂਗੇ MSP ਦੀ। ਅਸੀਂ ਤਾਂ ਕਿਹਾ ਸੀਗਾ ਰਿਵਿਊ ਕਰਾਂਗੇ MSP ਨੂੰ, ਕਾਨੂੰਨੀ ਗਰੰਟੀ ਦੀ ਕਦੇ ਗੱਲ ਹੀ ਨਹੀਂ ਹੋਈ ਹੈਗੀ। ਤਾਂ BJP ਆਪਣੇ ਕੰਮ ਤੇ ਅੜੀ ਹੈ ਚਾਵਲਾ ਸਾਹਿਬ। ਜੇਕਰ ਨਿੱਜੀ ਖੰਡ ਮਿੱਲਾਂ ਨੇ ਪਤਾ ਲੱਗਾ ਕਿ ਕਿਸਾਨਾਂ ਦੇ ਗੰਨੇ ਦੀ ਰਕਮ ਦੇ ਬਕਾਏ ਨਾ ਦਿੱਤੇ ਤਾਂ ਖੰਡ ਮਿੱਲਾਂ ਸਰਕਾਰ ਆਪਣੇ ਕਬਜ਼ੇ ਵਿੱਚ ਲੈ ਲਵੇਗੀ। ਕਿਆ ਬਾਤ ਹੈ, ਕੀ ਕਹਿਣਾ ਚਾਹੋਗੇ? ਕਰੋੜਾਂ ਰੁਪਈਆ ਖੜਾ ਚਾਵਲਾ ਸਾਹਿਬ ਨਿੱਜੀ ਖੇਤਰ ਦੀਆਂ ਖੰਡ ਮਿੱਲਾਂ ਦੇ ਵਿੱਚ। ਖੰਡ ਮਿੱਲਾਂ ਦਾ ਇੱਕ ਬੜਾ ਵੱਡਾ ਜਿਹੜਾ ਕਿ ਇੱਕ ਇਤਿਹਾਸ ਹੈ ਕਿ ਸਹਿਕਾਰੀ ਖੇਤਰ ਵਿੱਚ ਚੱਲਦੀਆਂ ਸੀ ਖੰਡ ਮਿੱਲਾਂ, ਕੋਆਪਰੇਟਿਵ ਖੇਤਰ ਦੇ ਵਿੱਚ। ਤੇ ਉਹ ਹੋਇਆ ਹਾਲਾਤ ਇਹ ਕਿ ਜਦੋਂ ਅਕਾਲੀ ਸਰਕਾਰ ਆਈ, ਜਿਵੇਂ ਕਿ ਇਹ ਪਾਤਲਾਂ ਦੀ ਹੋ ਗਈ, ਮਲੋਹ ਦੀ ਮਿੱਲ ਹੋ ਗਈ, ਹੋਰ ਕਈ ਸਾਰੀਆਂ ਮਿੱਲਾਂ ਜਿਹੜੀਆਂ ਸਹਿਕਾਰੀ ਖੇਤਰ ਦੀਆਂ ਮਿੱਲਾਂ ਸੀਗੀਆਂ, ਉਹਨਾਂ ਨੇ ਪ੍ਰਾਈਵੇਟ ਹੱਥਾਂ ਦੇ ਦਿੱਤਾ। ਹੁਣ ਇੱਕ ਜਿਹੜੀ ਮਿੱਲ ਕੋਈ ਸਹਿਕਾਰੀ ਖੇਤਰ ਦੀ ਰਹਿ ਵੀ ਗਈ ਵਿਚਾਲੇ, ਤਾਂ ਉਸ ਮਿੱਲ ਨੂੰ ਖਤਮ ਕਰਤਾ, ਮਤਲਬ ਕਿ ਮਿੱਲ ਨੂੰ ਤਬਾਹੀ ਕਰਤਾ, ਚੱਲਣ ਤੋਂ ਹੀ ਬੰਦ ਕਰਤਾ। ਫਰਜ਼ ਕਰ ਲਓ ਪੰਜਾਬ ਦੇ ਕਿਤੇ ਵੀ ਰਹੀ ਕੋਈ ਸਹਿਕਾਰੀ ਖੇਤਰ ਦੀ। ਸਹਿਕਾਰੀ ਖੇਤਰ ਦੀਆਂ ਮਿੱਲਾਂ ਚੱਲਣੀਆਂ, ਗੰਨਾ ਜਿਹੜਾ ਹੈਗਾ ਉਹ ਸੀਮਤ ਹੁੰਦਾ। ਸਹਿਕਾਰੀ ਖੇਤਰ ਦੀਆਂ ਮਿੱਲਾਂ ਵੱਲੋਂ ਲੋਨ ਦੇ ਕੇ ਗੰਨਾ ਬਜਾਇਆ ਜਾਂਦਾ ਸੀਗਾ ਤੇ ਲੈ ਲੈਂਦੇ ਸੀਗੇ ਉਹ ਲਾਲਚ ਦੇ ਕੇ ਪ੍ਰਾਈਵੇਟ ਖੇਤਰ ਦੇ ਮਿੱਲਾਂ ਦੇ। ਤਾਂ ਸਹਿਕਾਰੀ ਖੇਤਰ ਖਤਮ ਹੋ ਗਿਆ ਤੇ ਰਹਿ ਗਿਆ ਪ੍ਰਾਈਵੇਟ ਖੇਤਰ। ਹੁਣ ਪ੍ਰਾਈਵੇਟ ਖੇਤਰ ਦੇ ਜਿਹੜੇ ਖੰਡ ਮਿੱਲਾਂ ਦੇ ਮਾਲਕ ਮਨਮਰਜ਼ੀ ਕਰ ਰਹੇ ਆ। ਕਿਸਾਨਾਂ ਨੂੰ ਮੁਕੇਰੀਆਂ ਤੋਂ ਲੈ ਕੇ ਵੱਖ-ਵੱਖ ਥਾਵਾਂ ਉੱਤੇ ਧਰਨੇ ਮਾਰਨੇ ਪੈ ਰਹੇ ਆ। ਕਰੋੜਾਂ ਰੁਪਈਆ ਬਕਾਇਆ ਖੜ ਗਿਆ ਸਹਿਕਾਰੀ ਖੇਤਰ ਦੀਆਂ ਮਿੱਲਾਂ ਵੱਲ ਤੇ ਪ੍ਰਾਈਵੇਟ ਖੇਤਰ ਦੀਆਂ ਮਿੱਲਾਂ ਵੱਲ। ਪ੍ਰਾਈਵੇਟ ਖੇਤਰ ਦੀਆਂ ਮਿੱਲਾਂ ਦੇ ਸੰਬੰਧ ਵਿੱਚ ਕੱਲ ਕੁਲਦੀਪ ਸਿੰਘ ਹੋਰਾਂ ਨੇ ਮੀਟਿੰਗ ਕੀਤੀ ਕਿਸਾਨਾਂ ਦੇ ਨਾਲ, ਤੇ ਉਹਨਾਂ ਨੇ ਸਾਰਾ ਰਿਵਿਊ ਕਰਕੇ ਇਹ ਫੈਸਲਾ ਕੀਤਾ ਕਿ ਜੇਕਰ ਪ੍ਰਾਈਵੇਟ ਖੇਤਰ ਦੀਆਂ ਮਿੱਲਾਂ ਵੱਲੋਂ ਬਕਾਇਆ ਨਾ ਦਿੱਤਾ ਗਿਆ ਕਿਸਾਨਾਂ ਦਾ, ਤਾਂ ਅਸੀਂ ਪ੍ਰਾਈਵੇਟ ਖੇਤਰ ਦੀਆਂ ਮਿੱਲਾਂ ਤੇ ਕਬਜ਼ਾ ਕਰ ਲਵਾਂਗੇ, ਅਸੀਂ ਕਿਸਾਨਾਂ ਦਾ ਬਕਾਇਆ ਦੇਵਾਂਗੇ। ਇਹ ਬੜਾ ਵੱਡਾ ਫੈਸਲਾ ਚਾਵਲਾ ਸਾਹਿਬ, ਕਿਉਂਕਿ ਗੰਨਾ ਜਿਹੜੀ ਹੈਗੀ ਆ ਉਹ ਕਹਿੰਦੇ ਡਾਈਵਰਸੀਫਿਕੇਸ਼ਨ, ਫਸਲੀ ਭਿੰਨਤਾ ਵਾਸਤੇ ਬੜਾ ਵਧੀਆ ਫਸਲ ਹੈਗੀ ਆ, ਪਰ ਪੰਜਾਬ ਦੇ ਵਿੱਚ ਇਹ ਫਸਲ ਦਾ ਨੁਕਸਾਨ ਵੀ ਕਾਫੀ ਹੋ ਰਿਹਾ, ਕਿਉਂਕਿ ਜਦੋਂ ਪੈਸੇ ਨਹੀਂ ਮਿਲੇਗਾ ਤਾਂ ਕਿਸਾਨ ਗੰਨਾ ਬੀਜੇਗਾ ਕਿਉਂ ਚਾਵਲਾ ਸਾਹਿਬ ਜੀ। ਔਰ ਇੱਕ ਨਾ ਅਮਰੀਕਾ ਦੇ ਵਿੱਚ ਪਿਛਲੇ ਦਿਨੀ ਕਾਫੀ ਖਬਰ ਜਿਹੜੀ ਆ ਉੱਥੇ ਜ਼ੋਰਾਂ ਸ਼ੋਰਾਂ ਤੇ ਛਾਇਆ ਰਹੀ। ਉੱਥੋਂ ਦੀ ਸੁਪਰੀਮ ਕੋਰਟ ਦੀ, ਉੱਥੋਂ ਦੀ ਜਿਹੜੀ ਕਾਂਗਰਸ ਜਾਂ ਉੱਥੋਂ ਦੀਆਂ ਜਿਹੜੀਆਂ ਪਾਰਟੀਆਂ ਨੇ ਕਾਫੀ ਲੰਬਾ ਬਹਿਸ ਵਸਈਆ ਤੋਂ ਬਾਅਦ ਜਿਹੜਾ ਗਰਭਪਾਤ ਦਾ ਮਸਲਾ ਸੀ ਉਹਦੇ ਉੱਤੇ ਅਜੇ ਵੀ ਮਤਲਬ ਚੱਲਦੀ ਹੈ ਚਰਚਾ। ਪਤਾ ਲੱਗਾ ਹੈ ਕਿ ਭਾਰਤ ਵਿੱਚ ਦਿੱਲੀ ਹਾਈ ਕੋਰਟ ਨੇ 13 ਸਾਲ ਦੀ 30 ਹਫ਼ਤਿਆਂ ਦੀ ਗਰਭਵਤੀ ਨੂੰ ਗਰਭਪਾਤ ਕਰਵਾਉਣ ਦੀ ਇਜਾਜ਼ਤ ਦਿੱਤੀ ਹੈ, ਉੱਤੇ ਟਿੱਪਣੀ ਕੀਤੀ ਹੈ। ਹਾਂ ਚਾਵਲਾ ਸਾਹਿਬ ਦੇਖੋ, ਇੱਕ ਪਹਿਲਾਂ ਅਸੀਂ ਸਿਆਣੇ ਗੱਲਾਂ ਸੁਣਾਇਆ ਕਰ ਰਹੇ ਸੀ ਬਜ਼ੁਰਗ ਸਾਡੇ, ਅਸੀਂ ਬਹਿੰਦੇ ਹੁੰਦੇ ਸੀ ਗੱਲਾਂ, ਤੇ ਉਹ ਕਹਿੰਦੇ ਵੀ ਕਲਯੁਗ ਇਹੋ ਜਿਹਾ ਕਲਯੁਗ ਆਏਗਾ ਕਿ 12 ਸਾਲ ਦੀ ਬੱਚੀ ਜਿਹੜੀ ਕਿ ਦੇਵੀ ਬੱਚਾ ਹੋਏਗਾ। ਤੇ ਪਹਿਲਾਂ ਵੀ ਇਹੋ ਜਿਹੀ ਘਟਨਾਵਾਂ ਆ ਚੁੱਕੀਆਂ ਨੇ। ਪਤਾ ਨਹੀਂ ਕੁਦਰਤ ਦਾ ਕਿਹੜਾ ਭਾਣਾ ਵਾਪਰਿਆ ਕਿ 13 ਸਾਲ ਦੀ ਸਾਡੀ ਨਿੱਕੀ ਜਿਹੀ ਬਾਲੜੀ ਕੁੜੀ 30 ਹਫ਼ਤਿਆਂ ਦੀ ਗਰਭਵਤੀ ਹੈਗੀ ਆ। ਤੇ ਉਸ ਦੇ ਸੰਬੰਧ ਵਿੱਚ ਹੁਣ ਉਹ ਗਰਭਵਤੀ ਧੀ ਹੈ, ਬੇਟੀ ਹੈ, ਤੇ ਉਸ ਦਾ ਜੇ ਉਹ ਬੱਚਾ ਹੁੰਦਾ ਉਹਦਾ, ਤਾਂ ਉਹ ਬੱਚੀ ਦੀ ਜਾਨ ਖਤਰੇ 'ਚ ਹੁੰਦੀ ਹੈ। ਇਹ ਸਾਰੇ ਡਾਕਟਰੀ ਰਿਪੋਰਟਾਂ ਲੈ ਕੇ ਮਾਨਯੋਗ ਹਾਈ ਕੋਰਟ ਦੇ ਵਿੱਚ ਜਿਹੜਾ ਕਿ ਉਹ ਬੇਟੀ ਪੱਖ ਦਾ ਜਿਹੜਾ ਵਕੀਲ ਗਿਆ, ਉੱਥੇ ਜਾ ਕੇ ਕਾਫੀ ਬਹਿਸ ਬੂਸ ਹੋਈ, ਕਾਫੀ ਚਰਚਾ ਹੋਈ, ਕਿਉਂਕਿ ਇਸ ਦੇ ਵਿਰੋਧ 'ਚ ਕੋਈ ਨਹੀਂ ਖੜਿਆ, ਇਸ ਮੁੱਦੇ ਦੇ ਵਿਰੋਧ ਕਰਨ ਵਾਲਾ ਬੰਦਾ ਕੋਈ ਨਹੀਂ ਖੜਿਆ।
ਤੇ ਇੱਕ ਪਾਸੜ ਸੁਣਵਾਈ ਹੋਈ ਹੈ। ਇੱਕ ਪਾਸ ਸੁਣਵਾਈ ਦੇ ਵਿੱਚ ਇਹ ਗੱਲ ਹੋਈ ਕਿ ਮਾਨਯੋਗ ਹਾਈ ਕੋਰਟ ਨੇ ਇਸ 13 ਸਾਲ ਦੀ ਕੁੜੀ ਦਾ ਜਿਹੜੀ 30 ਹਫ਼ਤਾ ਦਾ ਭਰੂਣ ਸੀਗਾ ਉਹਦਾ ਗਰਭਪਾਤ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਗੱਲ ਇੱਥੇ ਖਤਮ ਨਹੀਂ ਹੋ ਗਈ। ਉਹਨਾਂ ਨੇ ਗੱਲ ਇਹ ਆਖੀ ਆ ਕਿ ਅੱਜ ਕੱਲ੍ਹ ਜੋ ਮੋਬਾਈਲਾਂ ਦੇ ਉੱਪਰ ਵੱਖ-ਵੱਖ ਜਿਹੜੀਆਂ ਸੋਰਸ ਹੈਗੇ ਇੰਟਰਨੈਟ ਦੇ, ਉਹਨਾਂ ਦੇ ਉੱਪਰ ਪੋਰਨ ਮਿਲਦਾ ਹੈ, ਵੱਡੇ ਪੱਧਰ ਤੇ ਮਿਲਦਾ ਹੈ। ਬੱਚਿਆਂ ਨੂੰ ਕਹਿੰਦਾ ਉਹ ਦੇਖਣ ਤੋਂ ਰੋਕਿਆ ਕਿਵੇਂ ਜਾਵੇ, ਬੜੀ ਵੱਡੀ ਚੁਣੌਤੀ ਹੈਗੀ ਆ। ਬੱਚੇ ਉਹ ਦੇਖਦੇ ਆ ਤੇ ਬੱਚੇ ਉਹ ਦੇਖ ਕੇ ਉਹ ਅਸੀਂ ਰੋਕ ਨਹੀਂ ਸਕਦੇ ਤੇ ਕਿੱਦਾਂ ਸਰਕਾਰਾਂ ਉਸ ਨੂੰ ਪੂਰਨ ਰੋਕਣ ਕਿ ਇਸ ਤਰ੍ਹਾਂ ਦੇ ਹਾਲਾਤ ਪੈਦਾ ਨਾ ਹੋਣ ਕਿ 13 ਸਾਲ ਦੀਆਂ ਬੱਚੀਆਂ ਸਾਡੀਆਂ ਗਰਭਵਤੀ ਹੋ ਜਾਣ। ਰੋਕਿਆ ਜਾ ਸਕਦਾ ਜੀ, ਸਰਕਾਰਾਂ ਰੋਕਣਾ ਚਾਹੁਣ ਤੇ ਰੋਕ ਸਕਦੀਆਂ। ਕੱਲ੍ਹ ਖਬਰ ਸੀ ਕਿ ਗਲਤ ਜਿਹੜੀਆਂ ਅਫਵਾਹਾਂ ਫੈਲਾਉਣ ਵਾਲੇ ਜਿਹੜੇ ਨੇ YouTube ਤੇ ਪਤਾ ਨਹੀਂ ਕਿੰਨੇ ਚੈਨਲ ਭਾਰਤ ਸਰਕਾਰ ਨੇ ਬੰਦ ਕੀਤੇ। ਪਾਕਿਸਤਾਨ ਦੇ ਵਿੱਚ ਇਸ ਤਰ੍ਹਾਂ ਦੀ ਸਮੱਗਰੀ ਜਿਹੜੀ ਹੈ ਉਹਦੇ ਉੱਤੇ ਪਾਬੰਦੀ ਹੈ। ਅਰਬ ਕੰਟਰੀਆਂ ਦੇ ਵਿੱਚ ਪਾਬੰਦੀ ਹੈ। ਚਾਈਨਾ ਦਾ ਆਪਣਾ ਮਤਲਬ ਇੱਕ ਸਿਸਟਮ ਹੈ, ਪਾਬੰਦੀ। ਭਾਰਤ ਕੋਲ ਬਹੁਤ ਵੱਡਾ ਬ੍ਰੇਨ ਹੈ, ਬੜੇ ਉਹਨਾਂ ਦੇ ਕੋਲ ਇਸ ਖਿੱਤੇ ਦੇ ਵਿੱਚ IT ਖੇਤਰ ਦੇ ਬੜੇ ਮਾਸਟਰ ਬੈਠੇ ਨੇ। ਕੀਤਾ ਜਾ ਸਕਦਾ ਹੈ, ਲਾਈਆਂ ਜਾ ਸਕਦੀਆਂ ਨੇ ਪਾਬੰਦੀਆਂ, ਔਰ ਜ਼ਿਆਦਾ ਬੇਸਡ ਉਹ ਉੱਥੋਂ ਦੇ ਹੁੰਦੇ ਨੇ। ਮਤਲਬ ਤੁਸੀਂ ਨਾ ਫੇਸਬੁੱਕ ਤੇ ਪਾ ਦਿਓ ਕੋਈ ਇੰਤਰਾਜਯੋਗ ਪੂਰਨ ਤਰ੍ਹਾਂ ਦਾ ਕੋਈ ਕੰਟੈਂਟ, ਉਹ ਤੁਹਾਨੂੰ 5 ਮਿੰਟ ਚ ਵੈਰ ਕਰ ਦੇਣਾ। 5 ਮਿੰਟ ਚ ਉਹੀ ਮੈਂ ਕਹਿ ਰਿਹਾ, ਹੋ ਸਕਦਾ ਸਭ ਕੁਝ ਜੇ ਸਰਕਾਰਾਂ। ਜੋਗਾ ਸਿੰਘ ਜੋਗੀ ਦੀ ਗੱਲ ਯਾਦ ਆ ਜਾਂਦੀ ਆ, ਜੇ ਨੇਕ ਹੋਣ ਸਰਕਾਰਾਂ ਮੇਰੇ ਦੇਸ਼ ਦੀਆਂ। ਹਾਂਜੀ, ਸਰਕਾਰਾਂ ਦੇ ਦਿਲ ਇਹਨਾਂ ਦੇ ਕਰਿੰਦਿਆਂ ਦੇ ਨੇਕ ਹੋਣ ਤਾਂ ਕੀ ਨਹੀਂ ਹੋ ਸਕਦਾ, ਸਭ ਕੁਝ ਹੋ ਸਕਦਾ ਹੈ। ਤੇ ਆਹ ਤੇ ਸਦਨ ਦੇ ਵਿੱਚ ਬੈਠ ਕੇ ਆਪ ਇਹੋ ਜਿਹੀਆਂ ਨੰਗੀਆਂ ਫਿਲਮਾਂ ਵੇਖਦੇ ਫੜੇ ਗਏ ਨੇ ਖੁਦ। ਤੇ ਇਹਨਾਂ ਨੇ ਕੀ ਕਰਨਾ? ਗੱਲ ਤੇ ਫਿਰ ਸਾਡੇ ਮੂੰਹ 'ਚ ਜਿਹੜੀ ਸੱਚੀ ਗੱਲ ਆਉਂਦੀ ਹੈ ਰਹਿ ਨਹੀਂ ਹੁੰਦੀ, ਫਿਰ ਸਾਨੂੰ ਇਹ ਲਾਈਕ ਵੀ ਨਹੀਂ ਕਰਦੇ, ਹਨਾ। ਸੋ ਆਪ ਹੀ ਦੇਖਦੇ ਨੇ, ਜਦੋਂ ਆਪ ਹੀ ਕਰਦੇ ਨੇ ਤੇ ਇਹਨਾਂ ਪਾਬੰਦੀਆਂ ਖੇਹ ਤੇ ਸਵਾਹ ਲਾਉਣੀਆਂ। ਦਿੱਲੀ ਦੇ ਉਪ ਰਾਜਪਾਲ VK ਸਕਸੈਨਾ ਹੁਣਾਂ ਦੀ ਖਬਰ ਹੈ ਕਿ ਦਿੱਲੀ ਸਰਕਾਰ ਦੀ ਆਬਕਾਰੀ ਨੀਤੀ ਦੀ ਜਾਂਚ CBI ਦੇ ਹਵਾਲੇ ਕਰਨ ਦੀ ਸਿਫਾਰਿਸ਼ ਕੀਤੀ ਹੈ। ਕੀ ਕਹਿਣਾ ਚਾਹੋਗੇ? ਬੜੀ ਵੱਡੀ ਗੱਲ ਹੈ ਚਾਵਲਾ ਸਾਹਿਬ। ਬੜੇ ਇਮਾਨਦਾਰੀ ਦਾ ਢੋਂਗ ਪਿੱਟਿਆ ਜਾ ਰਿਹਾ ਆਮ ਆਦਮੀ ਪਾਰਟੀ ਵੱਲੋਂ। ਇੱਥੋਂ ਤੱਕ ਕਿ ਇੱਕ ਮੰਤਰੀ ਪੰਜਾਬ ਦਾ ਉਹਨਾਂ ਨੇ ਇਸੇ ਸੰਦਰਭ ਦੇ ਵਿੱਚ ਭਗਾ ਕੇ ਪਰਾਂ ਮਾਰਿਆ। ਹੌਲੀ ਬੋਲੋ, ਮਾਮੂ ਨੇ ਆਏ ਨਾ ਜੇ। ਦਫ਼ਤਰ ਖੋਲਣ ਦੇ ਵਾਸਤੇ ਮਾਨਸਾ ਦੇ ਵਿੱਚ ਦਫ਼ਤਰ ਖੋਲ੍ਹਿਆ ਜਾ, ਡਿਸਟ੍ਰਿਕਟ ਦਾ ਦਫ਼ਤਰ ਖੋਲ ਰਹੇ ਨੇ। ਉੱਥੇ BS ਸਿੰਘ ਦਾ ਨੂੰ ਬੁਲਾਇਆ ਤੱਕ ਨਹੀਂ ਗਿਆ। ਮਤਲਬ ਕਿ ਇੱਡੇ ਵੱਡੇ ਪੱਧਰ ਤੇ ਪਰਾਂ ਮਾਰਿਆ ਭਗਾ ਕੇ ਤੇ ਕਰਪਸ਼ਨ ਮੁਕਤ ਦੇਵਾਂਗੇ ਅਸੀਂ, ਪੰਜਾਬ ਕਰਪਸ਼ਨ ਮੁਕਤ ਦੇਵਾਂਗੇ ਦਿੱਲੀ। ਉਸ ਸੰਦਰਭ 'ਚ ਪਿਛਲੇ ਸਾਲ ਹੀ ਜਿਹੜੀ ਕਿ ਆਬਕਾਰੀ ਨੀਤੀ ਬਣਾਈ ਸੀ ਦਿੱਲੀ ਸਰਕਾਰ ਨੇ, ਤੇ ਉਸ ਦੇ ਵਿੱਚ ਧੜਾ ਠੇਕੇ ਵੰਡੇ ਗਏ ਨਿੱਜੀ ਕੰਪਨੀਆਂ, ਨਿੱਜੀ ਮਾਲਕਾਂ ਨੂੰ। ਤਕਰੀਬਨ 849 ਠੇਕੇ ਵੰਡੇ 32 ਜ਼ੋਨਾਂ ਵਿੱਚ। ਇਹ ਧੜਾ ਠੇਕੇ ਜਿਹਨੂੰ ਪ੍ਰਾਈਵੇਟ ਬੋਲੀਕਾਰਾਂ ਨੂੰ ਪ੍ਰਚੂਰ ਲਾਇਸੈਂਸ ਜਾਰੀ ਕੀਤੇ, ਤਾਂ ਇਹਦੇ ਵਿੱਚ ਕੁਝ ਕਿਤੇ ਨਾ ਕਿਤੇ ਘਪਲਾ ਨਜ਼ਰ ਆਇਆ। ਤੇ ਮੁੱਖ ਸਕੱਤਰ ਨੇ ਇਹਦੀ ਜਾਂਚ ਕੀਤੀ ਨਿੱਜੀ ਪੱਧਰ ਤੇ। ਮੁੱਖ ਸਕੱਤਰ ਦੀ ਜਾਂਚ ਕਰਨ ਤੋਂ ਬਾਅਦ ਜਦੋਂ ਉਪ ਰਾਜਪਾਲ ਨੂੰ VK ਸਕਸੈਨਾ ਨੂੰ ਰਿਪੋਰਟ ਭੇਜੀ ਗਈ, ਉਸਨੇ ਰਿਪੋਰਟ ਬਚਣ ਤੋਂ ਉਹਨਾਂ ਨੇ ਪਹਿਲੀ ਨਜ਼ਰੇ ਇਹ ਆਇਆ ਕਿ ਇਹਦੇ ਵਿੱਚ ਕੁਛ ਨਾ ਕੁਛ ਹੈ, ਕਾਲਾ ਮਾਲਾ ਹੈ ਇਸ ਮਾਮਲੇ ਦੇ ਵਿੱਚ। ਤਾਂ ਉਸ ਨੇ ਇਸ ਸੰਦਰਭ ਦੇ ਵਿੱਚ ਸੋਚਿਆ ਵੀ ਇਹਦੀ ਪੜਤਾਲ ਹੋ ਜਾਣੀ ਚਾਹੀਦੀ ਆ। ਉਹਨਾਂ ਨੇ ਇਹ ਸਿਫਾਰਿਸ਼ ਹਲੇ ਹੋਈ ਨਹੀਂ, ਪੜਤਾਲ ਕਰਨ ਦੇ ਆਰਡਰ ਨਹੀਂ ਹੋਏ। ਉਹਨਾਂ ਨੇ ਸਿਫਾਰਿਸ਼ ਕੀਤੀ ਆ ਕਿ ਇਹ ਆਬਕਾਰੀ ਨੀਤੀ ਦੀ CBI ਤੋਂ ਜਾਂਚ ਹੋਣੀ ਚਾਹੀਦੀ ਆ। ਇਹ ਪੜਤਾਲ ਉਹਨੇ ਗੱਲ ਕੀਤੀ ਆ। ਤੇ ਦੂਜੇ ਪਾਸੇ ਕੇਜਰੀਵਾਲ ਸਾਹਿਬ ਕਹਿੰਦੇ ਆ ਕਿ ਅਸੀਂ ਭਗਤ ਸਿੰਘ ਦੇ ਵਾਰਸਾਂ ਜੇਲ੍ਹ ਜਾਣ ਤੋਂ ਨਹੀਂ ਡਰਦੇ। ਤੇ ਠੀਕ ਹੈ, ਭਗਤ ਸਿੰਘ ਵਾਰਸਾਂ ਜੇਲ੍ਹ ਜਾਣ ਤੋਂ ਡਰਦੇ, ਮੈਂ ਜੇਲ੍ਹ ਜਾਣ ਤੋਂ ਡਰਦੇ ਨਹੀਂ ਕਿ ਕਰਪਸ਼ਨ ਕਰਨ ਤੋਂ ਕੋਈ ਡਰ ਵੀ ਨਹੀਂ ਹੈਗਾ ਆਪਾਂ ਨੂੰ। ਇਹ ਗੱਲ ਆ, ਮਸਲਾ ਇਹ ਨਹੀਂ ਕਿ ਕਰਪਸ਼ਨ ਤੋਂ ਡਰਦੇ ਨਹੀਂ। ਸਾਡਾ ਮਨੀਸ਼ ਸਿਸੋਦੀਆ ਬਹੁਤ ਕੀਤਾ ਜੀ, ਸਾਡਾ ਮਨੀਸ਼ ਸਿਸੋਦੀਆ ਬਹੁਤ ਇਮਾਨਦਾਰ ਹੈ ਜੀ। ਸਾਡੇ ਮਨੀਸ਼ ਸਿਸੋਦੀਆ ਉਂਗਲੀ ਨਹੀਂ ਕਰ ਸਕਦਾ ਜੀ, ਇੰਨਾ ਜ਼ਿਆਦਾ ਹੋਏਗਾ। ਇੱਕ ਪਾਸੇ ਤੁਸੀਂ ਇੱਕ ਮੰਤਰੀ ਨੂੰ ਛਾਂਟ ਕੇ ਪਰਾਂ ਮਾਰਦੇ ਹੋ, ਭਗਾ ਕੇ ਮਾਰਦੇ ਹੋ, ਇੱਕ ਪਾਸੇ ਤੁਹਾਡਾ ਮਨੀਸ਼ ਸਿਸੋਦੀਆ ਬਹੁਤ ਇਮਾਨਦਾਰ ਹੋ ਗਏ। ਵੱਡਾ ਝੋਲ ਲੱਗ ਰਿਹਾ ਇਹਦੇ ਵਿੱਚ। ਤੇ ਇਹਦੀ ਜਾਂਚ CBI ਜੇ ਕਰਦੀ ਹੈ ਤੇ ਮੇਰੇ ਖਿਆਲ 'ਚ ਕੇਜਰੀਵਾਲ ਸਾਹਿਬ ਦੇ ਸਾਰੇ ਪਰਦੇ ਬਾਹਰ ਹੋ ਜਾਣੀ ਆ। ਇੱਕ ਤਾਂ ਇਹ ਪੱਖ ਆ। ਦੂਜਾ ਪੱਖ ਇਹ ਆ ਕਿ ਕੇਜਰੀਵਾਲ ਦਾ ਆਧਾਰ ਵੱਧ ਰਿਹਾ ਵੱਖ-ਵੱਖ ਸੂਬਿਆਂ ਦੇ ਵਿੱਚ। BJP ਨੂੰ ਰੋਕਣਾ ਚਾਹੁੰਦੀ ਆ ਕਿਸੇ ਤਰੀਕੇ ਨਾਲ, ਤੇ ਇਸ ਤੋਂ ਵਧੀਆ ਤਰੀਕਾ BJP ਕੋਲ ਕੋਈ ਹੋਰ ਹੈ ਵੀ ਨਹੀਂਗਾ। ਅੱਛਾ, MSP ਤੇ ਸਾਡੇ ਮੈਸੇਜ ਆਇਆ ਕਿ MSP ਦੇਣੀ ਤਾਂ ਪੰਜਾਬ ਸਰਕਾਰ 'ਚ ਹੱਥ ਵਿੱਚ ਹੈ, ਔਰ ਕੇਂਦਰ ਨੂੰ ਚਿੱਠੀ ਲਿਖਣ ਪਿੱਛੇ ਕੀ ਤਰਕ ਹੈ ਜੀ?
ਕਿ ਪੰਜਾਬ ਸਰਕਾਰ ਐਮਐਸਪੀ ਦੇ ਹੱਕ ਵਿੱਚ ਕਿੱਦਾਂ, ਮੈਂ ਸਮਝ ਨਹੀਂ ਕਰਦਾ ਕਿਹੜਾ ਸਵਾਲ ਕਿਹਾ। ਐਮਐਸਪੀ ਵਾਲੀ ਜਿਹੜੀ ਖਬਰ ਚਿੱਠੀ ਲਿਖੀ ਹੈ ਜਿਹੜੀ ਆਪਣੀ ਪੰਜਾਬ ਸਰਕਾਰ ਨੇ ਕੇਂਦਰ ਨੂੰ, ਹਾਂ ਭਗਵੰਤ ਮਾਨ ਨੇ, ਉਹ ਕਹਿੰਦੇ ਐਮਐਸਪੀ ਤਾਂ ਜਿਹੜੀ ਹੈ ਪੰਜਾਬ ਸਰਕਾਰ ਦੇ ਹੱਥ 'ਚ ਦੇਣੀ। ਮੈਸੇਜ ਵਾ ਮੈਂ ਪੜ੍ਹ ਦਿੰਦਾ, ਐਮਐਸਪੀ ਦੇਣੀ ਤਾਂ ਲੋੜ ਨੇ ਸਮਝਿਆ। ਐਮਐਸਪੀ ਕਦੇ ਵੀ ਸੂਬਾ ਸਰਕਾਰ ਨਹੀਂ ਦੇ ਸਕਦੀ ਹੁੰਦੀ। ਸੂਬਾ ਸਰਕਾਰ ਕਿਸੇ ਖਾਸ ਫਸਲ ਤੇ ਐਮਐਸਪੀ ਦੇ ਸਕਦੀ ਹੈ, ਜਿਵੇਂ ਕਿ ਮੂੰਗੀ ਦੇ ਕਿਹਾ ਉਹਨੇ, ਪਰ ਜਿਹੜਾ ਆਲ ਓਵਰ ਜਿਹੜਾ ਕੇਂਦਰ ਦਾ ਅਨਾਜ ਭੰਡਾਰ ਹੁੰਦਾ ਉਹਦੇ ਤਹਿਤ ਐਮਐਸਪੀ ਕੇਂਦਰ ਸਰਕਾਰ ਦਾ ਹੀ ਸਬਜੈਕਟ ਹੈ ਜੀ। ਉਹ ਆਪਣਾ ਜਿਹੜਾ ਇਸ ਸਬਜੈਕਟ ਨੂੰ ਆਪਾਂ ਬਾਹਰ ਨਹੀਂ ਕਰ ਸਕਦੇ। ਹਾਂ ਕੋਈ ਵਿਸ਼ੇਸ਼ ਨਿਯਮਾਂ ਤਹਿਤ ਕੋਈ ਖਾਸ ਫਸਲ ਹੈਗੀ ਆ, ਉਸ ਤੇ ਸਰਕਾਰ ਇਹ ਆਰਡਰ ਕਰ ਸਕਦੀ ਵੀ ਇਸਨੂੰ ਅਸੀਂ ਇਸ ਰੇਟ ਤੇ ਖਰੀਦਾਂਗੇ, ਜਿੱਦਾਂ ਕਿ ਕੋਈ ਲਾਲਾ ਆਵੇ ਬਾਹਰੋਂ, ਲਾਲਾ ਆ ਕੇ ਕਹੇ ਭਾਈ ਇਸ ਰੇਟ ਤੇ ਮੈਨੂੰ ਕਣਕ ਤੁਸੀਂ ਵੇਚ ਦਿਓ, ਮੈਂ ਲੈਣ ਨੂੰ ਤਿਆਰ ਹੈਗਾ। ਏਦਾਂ ਦਾ ਪੰਜਾਬ ਸਰਕਾਰ ਕਰ ਸਕਦੀ ਆ, ਪਰ ਲਾਰਜ ਸਕੇਲ ਤੇ ਪੰਜਾਬ ਸਰਕਾਰ ਐਮਐਸਪੀ ਨਹੀਂ ਦੇ ਸਕਦੀ। ਦਿੱਲੀ ਦੇ ਉਪ ਰਾਜਪਾਲ VK ਸਕਸੈਨਾ ਨੇ ਦਿੱਲੀ ਸਰਕਾਰ ਦੀ ਆਬਕਾਰ ਨੀਤੀ ਦੀ ਜਾਂਚ CBI ਹਵਾਲੇ ਕਰਨ ਦੀ ਸਿਫਾਰਿਸ਼ ਕੀਤੀ ਹੈ ਤੇ ਕਿਹਾ ਅਸੀਂ ਜੇਲ੍ਹ ਜਾਣ ਤੋਂ ਨਹੀਂ ਡਰਦੇ, ਭਗਤ ਸਿੰਘ ਦੇ ਵਾਰਸ ਹਾਂ ਤੇ ਭਗਤ ਸਿੰਘ ਦੇ ਵਾਰਸ ਜਿਹੜੇ ਉੱਥੇ ਬੈਠੇ ਨੇ ਉਹਨਾਂ ਦੀ ਐਜੂਕੇਸ਼ਨ ਮਹਿਕਮੇ ਦੇ ਵਿੱਚ ਤਾਂ ਭਗਤ ਸਿੰਘ ਨੂੰ ਟੈਰਰਿਸਟ ਕਿਹਾ ਜਾਂਦਾ, ਅੱਤਵਾਦੀ ਕਿਹਾ ਜਾਂਦਾ। ਯਾਰ ਕੀ ਕਰਦੇ ਹੈ, ਲੋਕਾਂ ਨੂੰ ਬੇਵਕੂਫ ਸਮਝਦੇ ਆ। ਅਸਲ ਚ ਬੇਵਕੂਫ ਤਰੀਕਾ ਮੋਦੀ ਜੀ ਨੇ ਦਿੱਤਾ ਨਾ ਜੀ। ਨਹੀਂ ਮਤਲਬ ਇੱਕ ਪਾਸੇ ਤੁਸੀਂ ਕਹਿੰਦੇ ਸੀ ਭਗਤ ਸਿੰਘ ਮਤਲਬ ਤੁਸੀਂ ਭਗਤ ਸਿੰਘ ਨੂੰ ਆਪਣੇ ਬੱਚਿਆਂ ਨੂੰ ਐਜੂਕੇਸ਼ਨ ਜਿਹੜੀ ਤੁਸੀਂ ਦੇ ਰਹੇ ਹੋ ਦਿੱਲੀ ਦੇ ਵਿੱਚ, ਉਹਦੀ ਕਿਤਾਬ ਦੇ ਵਿੱਚ ਜਿਹੜੀ ਐਜੂਕੇਸ਼ਨ ਤੁਹਾਡੀ ਮਨਜ਼ੂਰ ਹੈ ਦਿੱਲੀ ਸਰਕਾਰ ਵੱਲੋਂ, ਭਾਵੇਂ ਕਿ ਪੁਰਾਣੀ ਸਰਕਾਰ ਵੱਲੋਂ ਤੁਸੀਂ ਉਹਨੂੰ ਬਾਕੀ ਚੀਜ਼ਾਂ ਤੇ ਤੁਸੀਂ ਬਦਲਾ ਲੈ ਕੇ ਆਉਣਾ ਸੀ, ਬਦਲਾ ਤੁਸੀਂ ਕੀ ਲਿਆਂਦਾ ਵੀ ਜੇ ਤੁਸੀਂ ਪੜ੍ਹਾ ਰਹੇ ਹੋ ਆਹ ਚੀਜ਼ ਤੇ ਕਹਿ ਰਹੇ ਹੋ ਅਸੀਂ ਭਗਤ ਸਿੰਘ ਦੇ ਵਾਰਸ ਹਾਂ, ਜੇਲ੍ਹ ਜਾਲ ਤੋਂ ਨਹੀਂ ਡਰਦੇ, ਪੜ੍ਹਾ ਤੁਸੀਂ ਰਹੇ ਹੋ ਕਿ ਭਗਤ ਸਿੰਘ ਟੈਰਰਿਸਟ ਆ। ਮਤਲਬ ਸਮਝ ਨਹੀਂ ਲੱਗੀ, ਮਤਲਬ ਸਵਾਲ ਹੀ ਆਇਆ ਜੀ। ਨਹੀਂ ਸਮਝ ਤਾਂ ਅਸਲ ਚ ਨਾ ਸਿਆਸੀ ਲੋਕਾਂ ਦੀਆਂ ਗੱਲਾਂ ਚਾਵਲਾ ਸਾਹਿਬ ਸਮਝ ਤਾਂ ਲੈਂਦੇ ਆਪਾਂ ਸਮਝ ਲੈਂਦੇ ਆ, ਇਹ ਕੋਈ ਦਿੱਕਤ ਦੀ ਗੱਲ ਨਹੀਂ ਵੀ ਸਿਆਸੀ ਲੋਕ ਏਦਾਂ ਹੀ ਕਰਦੇ ਹੁੰਦੇ ਆ, ਪਰ ਲੋਕ ਨਹੀਂ ਸਮਝਦੇ। ਲੋਕਾਂ ਦੇ ਵਿੱਚ ਜਿਹੜਾ ਨਾ ਉਹ ਜਿਵੇਂ ਕੀ ਆਖੀ ਆਪਾਂ ਨੂੰ ਹੈਡਲੈਸ ਜਦੋਂ ਲੋਕ ਹੁੰਦੇ ਨਾ ਜੀ, ਉਦੋਂ ਪ੍ਰੋਬਲਮ ਆ ਜਾਂਦੀ ਹੈ। ਅੱਛਾ, ਸਵੇਰੇ ਆਪਾਂ ਗੱਲ ਕੀਤੀ ਸੀ ਕਿ ਕਾਰਜਕਾਰੀ ਜਥੇਦਾਰ ਭਾਈ ਹਰਪ੍ਰੀਤ ਸਿੰਘ ਜੀ ਜੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਜੀ, ਉਹਨਾਂ ਦੀ ਸਪੀਚ ਸੁਣਾਈ ਤੁਹਾਨੂੰ ਆਪਾਂ ਕਿ ਅਸੀਂ ਇੰਨੇ ਕਮਜ਼ੋਰ ਹੋ ਗਏ ਆ ਕਿ ਇੱਕ ਲਾਲਾ ਮੁੱਖ ਮੰਤਰੀ ਸਾਡੇ ਪ੍ਰਧਾਨ ਤੱਕ ਨੂੰ ਮਿਲਣ ਲਈ ਤਿਆਰ ਨਹੀਂ। ਤੇ ਵੈਸੇ ਹਰਪ੍ਰੀਤ ਸਿੰਘ ਜੀ ਤੁਸੀਂ ਗੱਲ ਸਹੀ ਕਹੀ ਹੈ, ਇਤਿਹਾਸ ਨੂੰ ਫਰੋਲ ਲਓ। ਪਹਿਲਾਂ 1984 ਤੋਂ ਪਹਿਲਾਂ ਇਹੋ ਜਿਹਾ ਤੁਹਾਡਾ ਹਿਸਟਰੀ, ਇਹੋ ਜਿਹਾ ਇਤਿਹਾਸ ਸੀ ਕਿ ਪੰਜਾਬ ਤੋਂ ਬਾਹਰ ਬੈਠਾ ਇੱਕ ਸਿੱਖ ਵੀ ਜੇਕਰ ਪਰੇਸ਼ਾਨ ਹੁੰਦਾ ਸੀ ਨਾ ਤੇ ਉਹ ਜਾ ਕੇ ਉੱਥੋਂ ਦੀ ਸਰਕਾਰ ਨੂੰ ਇੱਕ ਵਾਰ ਕਹਿੰਦਾ ਸੀ ਮੇਰੇ ਮਸਲੇ ਹੱਲ ਕਰ ਦਿਓ, ਮੈਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ, ਮੈਂ ਚੱਲਿਆ ਪੰਜਾਬ ਆਪਣੇ ਵਾਰਸਾਂ ਕੋਲ। ਤਾਂ ਕਹਿੰਦੇ ਸੀ ਵੀ ਉੱਥੇ ਨਾ ਜਾ, ਅਸੀਂ ਤੇਰੇ ਘਰ ਆਉਂਦੇ ਆ, ਦੱਸ ਮਸਲਾ ਕੀ ਹੈ ਤੇਰਾ। ਪਰ ਇੱਥੋਂ ਤੱਕ ਨੌਬਤ ਕਿੰਨੇ ਲੈ ਕੇ ਆਂਦੀ ਸਰਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਪੁੱਛਣ ਵਾਲਾ ਕੋਈ ਹੋਵੇ ਸਾਹਮਣੇ ਬੈਠ ਕੇ, ਤੱਥਾਂ ਦੇ ਆਧਾਰ ਤੇ ਪੁੱਛੇ ਤੇ ਗੜਵਈ ਲਾਗੇ ਨਾ ਬੈਠੇ ਹੁਣ ਉਹਨਾਂ ਦੇ। ਮੈਂ ਨਾ ਚਲੋ ਸਰ ਇਸੇ ਮੰਚ ਤੇ, ਇਸੇ ਆਪਣੇ ਮੰਚ ਤੋਂ ਮੈਂ ਕਈ ਵਾਰੀ ਗੱਲ ਆਖੀ ਆ ਵੀ ਸੁਖਬੀਰ ਨਾਂ ਲੈ ਕੇ ਆਖੀ ਇਹਨਾਂ ਨੇ ਗੱਲ, ਸੁਖਬੀਰ ਬਾਦਲ ਨੇ 3 ਸੰਸਥਾਵਾਂ ਦਾ ਬਹੁਤ ਬੜਾ ਨੁਕਸਾਨ ਕੀਤਾ। ਇੱਕ ਸ਼੍ਰੋਮਣੀ ਅਕਾਲੀ ਦਲ, ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇੱਕ ਸ੍ਰੀ ਅਕਾਲ ਤਖਤ ਸਾਹਿਬ। ਇਹ ਤਿੰਨਾਂ ਸੰਸਥਾਵਾਂ ਦੇ ਸਿਧਾਂਤਾਂ ਨੂੰ ਡੈਮੇਜ ਕੀਤਾ ਸੁਖਬੀਰ ਬਾਦਲ ਨੇ। ਮੈਂ ਇਹ ਵੀ ਗੱਲ ਆਖੀ ਆ ਕਿ ਦਰਬਾਰ ਸਾਹਿਬ ਤੇ ਕਈ ਵਾਰੀ ਅਟੈਕ ਹੋ ਚੁੱਕਿਆ, ਪਰ ਅੱਜ ਵੀ ਦਰਬਾਰ ਸਾਹਿਬ ਬੜੇ ਖੂਬਸੂਰਤ ਬਣੇ ਨੇ, ਸੋਨਾ ਲੱਗਿਆ ਉਹਦੇ ਉੱਪਰ ਤੇ ਬਹੁਤ ਵਧੀਆ ਬਣਾ ਦਿੱਤੇ ਗਏ ਨੇ, ਕੋਈ ਦਿੱਕਤ ਦੀ ਗੱਲ ਨਹੀਂ, ਬਣ ਚੁੱਕੇ ਨੇ। ਪਰ ਜਿਹੜੇ ਸਿਧਾਂਤ ਡੈਮੇਜ ਕੀਤੇ ਆ ਸੁਖਬੀਰ ਬਾਦਲ ਨੇ ਇਹਨਾਂ 3 ਸੰਸਥਾਵਾਂ ਦੇ, ਉਹ ਸਿਧਾਂਤ ਬਣਨ ਵਿੱਚ ਬਹੁਤ ਟਾਈਮ ਲੱਗੇਗਾ ਤੇ ਸਰ ਬਣ ਸਕਣ ਜਾਂ ਨਾ ਬਣ ਸਕਣ ਹਾਲਾਤ। ਅੱਜ ਉਹ ਗੱਲ ਹਰਪ੍ਰੀਤ ਜੀ ਕਹਿ ਰਹੇ ਸਾਡੇ ਜਥੇਦਾਰ ਸਾਹਿਬ, ਉਹ ਕਹਿੰਦੇ ਆ ਕਿ ਸਾਡੀ ਕੌਮ ਦੀ ਹਾਲਤ ਠੀਕ ਨਹੀਂ ਹੈ, ਸਾਡੀਆਂ ਸੰਸਥਾਵਾਂ ਚਰਮਰਾ ਗਈਆਂ ਨੇ, ਸਾਡੀ ਹਾਲਾਤ ਅਜਿਹੀ ਉਦੋਂ ਹੁੰਦੀ ਹੈ ਜਦੋਂ ਅਸੀਂ ਆਪਣੇ ਗੁਰੂ ਤੋਂ ਦੂਰ ਹੋ ਜਾਂਦੇ ਹਾਂ ਜਾਂ ਆਪਣੇ ਗੁਰੂ ਤੋਂ ਭਰੋਸਾ ਨਹੀਂ ਕਰਦੇ। ਜਿੰਨਾ ਚਿਰ ਸਿੱਖ ਦਾ ਵਿਸ਼ਵਾਸ ਗੁਰੂ ਤੇ ਰਹਿੰਦਾ ਹੈ, ਉਨਾ ਚਿਰ ਗੁਰੂ ਤੋਂ ਤੇਜ ਪ੍ਰਤਾਪ ਸਿੱਖ ਨੂੰ ਮਿਲਦਾ ਰਹਿੰਦਾ ਹੈ। ਸਾਨੂੰ ਐਸਾ ਰਾਜ ਨਹੀਂ ਚਾਹੀਦਾ, ਸਾਨੂੰ ਐਸੀ ਇਸ਼ਰਤ ਦੇ ਸਮਾਨ ਸਾਧਨ ਨਹੀਂ ਚਾਹੀਦੇ। ਜਦੋਂ ਸਾਡੇ ਗੁਰੂ ਨੂੰ ਅਪਮਾਨਿਤ ਕੀਤਾ ਜਾਵੇ ਤਾਂ ਕਿੱਡਾ ਬੜਾ ਸ਼ਬਦ ਆ ਚਾਰ ਸਾਹਿਬ। ਇਹ ਮੈਂ ਇਨਵਰਟਡ ਕੌਮਾਂ 'ਚ ਬੜਿਆ ਅਖਬਾਰ ਦੀ ਲਾਈਨਾਂ ਨੇ, ਇਹ ਜਿਹੜੇ 4 ਨੇ ਪੜ੍ਹੀਆਂ ਨੇ ਮੈਂ, ਕਿੱਡੇ ਬੜੇ ਸਵਾਲ ਹੈ ਕਿ ਜਦੋਂ ਸਾਡੇ ਗੁਰੂ ਨੂੰ ਅਪਮਾਨ ਕੀਤਾ ਜਾਵੇ ਉਸ ਵੇਲੇ ਅਸੀਂ ਐਸ਼ੋ ਇਸ਼ਰਤ ਦੀ ਗੱਲ ਕਿੱਦਾਂ ਕਰ ਸਕਦੇ ਹਾਂ। ਸਾਡੀ ਸਰਕਾਰ ਹੋਵੇ ਪੰਜਾਬ ਦੇ ਵਿੱਚ ਤੇ ਸਾਡੇ ਗੁਰੂ ਦੇ ਖਿਲਰੇ ਪੱਤਰੇ, ਸਾਡੇ ਗੁਰੂ ਦੇ ਖਿਲੇ ਪੱਤਰੇ, ਅਸੀਂ ਅਣਪਛਾਤੀ ਪੁਲਿਸ ਤੇ ਕਰੀਏ ਕੇਸ ਦਰਜ
ਤੇ ਅਸੀਂ ਡੇਰੇ ਵਾਲੇ ਨੂੰ ਮਾਫ ਕਰਨ ਦੀ ਗੱਲ ਕੀਤੀ ਹੈ, ਅਕਾਲ ਤਖਤ ਸਾਹਿਬ ਤੋਂ ਮਾਫ ਕਰ ਦਿਓ, ਤੇ ਅਸੀਂ 90 ਲੱਖ ਰੁਪਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰੋਡ ਦੀ ਇਸ਼ਤਿਹਾਰਾਂ ਦੇ ਵਿੱਚ ਇਹ ਸਾਬਤ ਕਰਨ ਵਾਸਤੇ ਵੀ ਅਸੀਂ ਮਾਫੀ ਸਹੀ ਦਿੱਤੀ ਆ। ਬਲਕਿ ਇਹ ਅਪਮਾਨ, ਇਸ ਤੋਂ ਵੱਡੀ ਹੋਰ ਐਸ਼ੋ ਇਸ਼ਰਤ ਦਾ ਸਮਾਨ ਕੀ ਹੋ ਸਕਦਾ ਹੈ? ਤੁਸੀਂ ਸਿਰਫ ਰਾਜ ਕਰਨ ਵਾਸਤੇ ਕੰਮ ਕਰ ਰਹੇ ਹੋ, ਵਰਤ ਰਹੇ ਹੋ ਸਿੱਖ ਧਰਮ ਨੂੰ, ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ। ਗੁਰੂ ਗ੍ਰੰਥ ਸਾਹਿਬ ਦੇ ਨਾਂ ਉੱਤੇ ਖਾਣ ਵਾਲੇ, ਕੁਰਸੀਆਂ ਹਾਸਲ ਕਰਨ ਵਾਲੇ ਬੰਦੇ ਜੇਕਰ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਖਿਲਰੇ ਹੋਏ ਦੇਖ ਕੇ ਵੀ ਚੁੱਪ ਕਰ ਜਾਣਗੇ ਤੇ ਅਣਪਛਾਤੀ ਪੁਲਿਸ ਬਣਾ ਦੇਣਗੇ, ਉਹਦੀ ਪੜਤਾਲ ਤੱਕ ਵੀ ਕਰਨਗੇ, ਤਾਂ ਫਿਰ ਅੱਜ ਭਾਈ ਹਰਪ੍ਰੀਤ ਸਿੰਘ ਨੂੰ ਇਹ ਸ਼ਬਦ ਕਹਿਣੇ ਪੈਣਗੇ ਜੀ। ਬੇਸ਼ੱਕ ਉਹਨੇ ਕਹੇ ਇੱਕ ਪੱਖ 'ਚ ਨੇ, ਉਹਨੇ ਕਹੇ ਕਿਸੇ ਕਾਰਨ ਨੇ, ਉਹਦੇ ਪਿੱਛੇ ਕਾਰਨ ਕੋਈ ਹੋਰ ਆ, ਪਰ ਇਹ ਸ਼ਬਦਾਵਲੀ ਐਡੀ ਖਤਰਨਾਕ ਹੈ ਕਿ ਸੋਚਣ ਸੁਖਬੀਰ ਬਾਦਲ ਕੇ ਜਦ ਅਕਾਲ ਤਖਤ ਸਾਹਿਬ ਕਿਤੇ, ਮੈਨੂੰ ਤਾਂ ਇਹ ਗੱਲ ਕਹਿ ਰਹੇ ਹੈ ਕਿ ਮੈਂ ਤਾਂ ਨਹੀਂ ਉਹਨਾਂ ਦਾ ਟਾਰਗੇਟ ਹੈਗਾ। ਬਿਲਕੁਲ 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 ਬਿਲਕੁਲ। ਵੇਖੋ, ਗੱਲ ਕੀਤੀ ਸੀ ਸਵੇਰੇ ਆਪਾਂ ਮਿਰਕਰੀ ਭਾਵੇਂ ਕਰਦੇ ਆ, ਤੇ ਪਰਮਜੀਤ ਸਿੰਘ ਸਰਨਾ ਉਹਨਾਂ ਨੇ ਕੁਛੜ ਬਹਿ ਕੇ ਦਾੜੀ ਪੁੱਟੀ ਆ। ਉਹਨਾਂ ਨੇ ਜਿਹੜੀ ਗੱਲ ਕੀਤੀ ਹੈ ਕਿ ਤੁਹਾਨੂੰ ਬੀਬਾ ਹਰਸਿਮਰਤ ਕੌਰ ਬਾਦਲ ਜੀ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ, ਪਾਰਲੀਮੈਂਟ ਦੇ ਵਿੱਚ ਬੋਲਣਾ ਪਵੇਗਾ। ਉੱਥੇ ਬੋਲਿਆ ਹੋਇਆ ਤੁਹਾਡਾ ਕੰਨਾ ਬਿਹਾਰੀ ਵੀ ਮਹੱਤਵ ਰੱਖਦਾ, ਕੁਝ ਲਫ਼ਜ਼ ਬੋਲੋਗੇ, ਅਸੀਂ ਸਰਦਾਰ ਸਿਮਰਜੀਤ ਸਿੰਘ ਮਾਨ ਉਹਨਾਂ ਨੂੰ ਵੀ ਕਹਾਂਗੇ ਕਿ ਬੋਲੋ, ਜਾ ਕੇ ਬੋਲਣਾ ਪਵੇਗਾ। ਚਲੋ ਖੈਰ, ਬਾਕੀ ਦੇ ਵੀ ਬੋਲਣਗੇ ਜੇ ਬੋਲ ਸਕਦੇ ਆ। ਤੇ ਦੋ ਸਵਾਲ ਆ ਵਾਈਂਡ ਅਪ ਕਰਾਂਗੇ। ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਹੈ ਕਿ ਪਿਛਲੇ 3 ਸਾਲਾਂ ਦੇ ਵਿੱਚ ਕੇਂਦਰ ਸਰਕਾਰ ਨੇ ਇਸ਼ਤਿਹਾਰਾਂ ਤੇ ਖਰਚ ਕੀਤੇ ਨੇ 911 ਕਰੋੜ ਰੁਪਏ। ਇਹ ਅਗਲਿਆਂ ਦੇ ਬੋਲੀਆਂ ਬੋਲਣੀਆਂ ਹੀ ਆ, ਵੀ ਅਗਲਿਆਂ ਦੇ ਚੀਕਾਂ ਮਾਰਨੀਆਂ ਹੀ ਆ। ਸੂਚਨਾ ਦੇ ਪ੍ਰਸਾਰਣ ਮੰਤਰੀ ਸਪੋਰਟਸ ਮਿਨਿਸਟਰ ਚਾਵਲਾ ਸਾਹਿਬ, ਇਹ ਕੇਂਦਰ ਸਰਕਾਰ ਦਾ ਹਿਮਾਚਲ ਦੇ ਨਾਲ ਸੰਬੰਧ ਰੱਖਦਾ ਹੈ, ਤੇ ਕਹਿੰਦਾ ਇਹ ਸਵਾਲ ਆਇਆ ਸੀ ਕਿ 911 ਕਰੋੜ 17 ਲੱਖ ਰੁਪਏ ਖਰਚ ਕੀਤੇ ਸਿਰਫ 3 ਸਾਲਾਂ ਵਿੱਚ। 2019-20 ਦੇ ਵਿੱਚ 5326 ਅਖਬਾਰਾਂ ਵਿੱਚ ਇਸ਼ਤਿਹਾਰਾਂ ਦੇ 295 ਕਰੋੜ ਦਿੱਤੇ ਗਏ ਆ। 5326 ਅਖਬਾਰਾਂ ਨੂੰ ਚਾਵਲਾ ਸਾਹਿਬ। 2020-21 ਵਿੱਚ 5210 ਅਖਬਾਰਾਂ ਵਿੱਚ ਇਸ਼ਤਿਹਾਰਾਂ ਦਿੱਤੇ ਗਏ ਆ 197 ਕਰੋੜ 50 ਲੱਖ ਰੁਪਏ। 2021-22 ਵਿੱਚ ਅਖਬਾਰਾਂ ਦੇ ਇਸ਼ਤਿਹਾਰਾਂ ਦਿੱਤੇ ਗਏ ਆ 179 ਕਰੋੜ ਰੁਪਏ। ਤੇ ਇਹ ਜਿਹੜਾ ਹੁਣ ਏਡਾ ਬੜਾ ਉਹ ਦੱਸ ਰਹੇ ਨੇ, ਏਡਾ ਬੜਾ ਆਪਣੇ ਟੀਵੀ ਚੈਨਲਾਂ ਦੇ ਦੱਸ ਰਹੇ ਨੇ, 2019-20 ਦੇ ਵਿੱਚ 270 ਟੀਵੀ ਚੈਨਲਾਂ ਦੇ ਇਸ਼ਤਿਹਾਰਾਂ ਤੇ 98 ਕਰੋੜ ਰੁਪਈਆ, 98 ਕਰੋੜ ਰੁਪਈਆ ਖਰਚ ਆਇਆ। 2020-21 ਵਿੱਚ 318 ਟੀਵੀ ਚੈਨਲਾਂ ਦੇ ਇਸ਼ਤਿਹਾਰਾਂ ਤੇ 69.81 ਕਰੋੜ ਰੁਪਏ ਖਰਚ ਆਏ ਨੇ। 2021-22 ਵਿੱਚ 265 ਨਿਊਜ਼ ਚੈਨਲਾਂ ਤੇ ਇਸ਼ਤਿਹਾਰਾਂ ਤੇ 29 ਕਰੋੜ ਰੁਪਏ ਖਰਚ ਆਏ ਨੇ। ਇਹ ਕੁੱਲ ਸਾਰਾ ਮਿਲਾ ਕਹਿੰਦੇ ਆ ਜੀ 911.17 ਕਰੋੜ ਰੁਪਏ ਅਸੀਂ ਇਸ਼ਤਿਹਾਰਾਂ ਦੇ ਖਰਚ ਕਰਤੇ ਜੀ, ਰੋਡ ਤੇ ਅਸੀਂ ਇਸ਼ਤਿਹਾਰਾਂ ਤੇ। ਇਹ ਸਾਬਤ ਕਰਨ ਵਾਸਤੇ ਕਿ ਭਾਜਪਾ ਸਰਕਾਰ ਸਾਰੇ ਕੰਮ ਠੀਕ ਕਰ ਰਹੀ ਹੈ, ਫਿਰ ਕਿਉਂ ਨਾ ਕੁੱਕੀ ਬੋਲੇਗੀ ਕੁਕੜੂ ਜੀ। ਬਿਲਕੁਲ ਜੀ। ਲਓ, ਕਾਲਰ ਨੇ ਤੇ ਜਿਹੜਾ ਗੈਂਗਸਟਰਾਂ ਦਾ ਹੋਇਆ ਮੁਕਾਬਲਾ, ਉਹਦੀ ਪਤਾ ਲੱਗਾ ਹੈ ਕਿ ਨਿਆਇਕ ਜਾਂਚ ਸ਼ੁਰੂ ਹੋਈ ਹੈ। ਜਿਹੜਾ ਇਨਕਾਊਂਟਰ ਸ਼ੁਰੂ ਹੋਇਆ, 2 ਗੈਂਗਸਟਰਾਂ ਦੇ ਹੋਏ ਇਨਕਾਊਂਟਰ ਦੀ ਨਿਆਇਕ ਜਾਂਚ ਸ਼ੁਰੂ। ਕੀ ਨੌਬਤ ਪਈ ਜਦੋਂ ਸ਼ਰੇਆਮ ਵੀਡੀਓ ਦਿਖਾਈ ਜਾ ਰਹੀ ਹੈ ਵੀ ਮੁਕਾਬਲਾ ਹੋਇਆ, ਦਿਨ ਦਿਹਾੜੇ ਹੋਇਆ। ਅਜਨਾਲਾ ਦੇ SDM ਅਮਨਪ੍ਰੀਤ ਸਿੰਘ ਕਰ ਰਹੇ ਨੇ ਜਾਂਚ। ਇਹ ਸਵਾਲ ਹੈ, ਪਰੰਤੂ ਕਾਲਰ ਨੇ ਬੇਨਦਾ। ਵੈਲਕਮ ਜੀ। ਹਾਂਜੀ ਚਾਵਲੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਚਾਵਲੇ, ਮੈਂ ਇਹ ਪੁੱਛਣਾ ਚਾਹੁੰਦਾ ਕਿ ਮਤਲਬ ਕਿਸੇ ਨੂੰ ਇੱਡੀ ਵੱਡੀ ਸਜ਼ਾ ਮਿਲੀ ਹੋਵੇ, ਸਾਰਿਆਂ ਦੇ ਵਿੱਚੋਂ ਦੋਸ਼ੀ ਇੱਕ ਮੰਨਿਆ ਜਾਵੇ, ਉਹਨੂੰ ਮਤਲਬ ਜਿੱਦਾਂ ਮਤਲਬ ਉਹ ਕਿੱਦਾਂ ਫਿਰ ਬਾਹਰ ਆ ਸਕਦਾ? ਜੋ ਇਸ ਵੇਲੇ ਉਹ ਬਾਬਾ ਕਿਹੜਾ ਆ, ਉਹ ਇਸ ਵੇਲੇ ਬਾਹਰ ਘੁੰਮਣ ਦੇ ਆ, ਕਿਹੜੇ ਹਿਸਾਬ ਦੇ ਨਾਲ ਇਹਨਾਂ ਨੂੰ ਮਤਲਬ ਪਰੋਲ ਮਿਲ ਜਾਂਦੀ ਹੈ? ਇਹਦੇ ਬਾਰੇ ਦੱਸਿਓ ਜੀ, ਮਿਹਰਬਾਨੀ ਜੀ। ਹਾਂਜੀ ਦੱਸਿਓ ਜੀ। ਵੀ ਪੈਰੋਲ ਮਿਲਣਾ ਅਧਿਕਾਰ ਚ ਆਉਂਦਾ ਜੀ। ਉਹ ਜਿਹੜਾ ਕੈਦੀ ਹੈ ਨਾ, ਉਹਦੇ ਅਧਿਕਾਰ ਚ ਪੈਰੋਲ ਮਿਲਣਾ ਉਹਦਾ ਅਧਿਕਾਰ ਖੇਤਰ ਹੈਗਾ ਜੀ। ਉਹ ਪੈਰੋਲ ਤੇ ਆ ਸਕਦਾ ਹੈ। ਹਾਰਡਕੋਰ ਨਾ ਹੋਵੇ ਬੰਦਾ, ਹਾਰਡਕੋਰ ਲੜਕੇ ਨਾ ਹੋਵੇ, ਉਹਨੂੰ ਪੈਰੋਲ ਮਿਲ। ਇਹ ਤੋਂ ਵੱਧ ਹਾਰਡਕੋਰ ਕੌਣ ਹੁੰਦਾ ਕਿ ਜਿਹਦੀ ਸ਼ਹਿ ਦੇ ਉੱਤੇ ਕਤਲ ਹੋਏ ਹੋ? ਚਲੋ ਸਾਹਿਬ ਮਤਲਬ ਕਿ ਐਕਟ ਤਹਿਤ, ਜਿਵੇਂ ਟਾਟਾ ਹੋ ਗਿਆ, ਐਕਟ ਦੇ ਜਵਾਪਾ ਹੋ ਗਿਆ, ਜਿਵੇਂ ਜਵਾਪਾ ਹੋ ਗਿਆ, ਟਾਟਾ ਹੋ ਗਿਆ, ਇਹ ਕੁਝ ਐਕਟ ਹੈਗੇ ਨੇ ਜਿਹਨਾਂ ਤਹਿਤ ਬੰਦ ਕੀਤਾ ਗਿਆ ਹੋਵੇ ਉਹਨੂੰ ਆਪਣਾ, ਭਾਵੇਂ ਪੈਰੋਲ ਤੇ, ਭਾਵੇਂ ਉਹ ਹਵਾਲਾਤੀ ਕਿਉਂ ਨਾ ਹੋਵੇ, ਭਾਵੇਂ ਕੈਦੀ ਵੀ ਨਾ ਹੋਵੇ, ਅੰਡਰ ਟ੍ਰਾਇਲ ਹੀ ਹੋਵੇ, ਉਹਨੂੰ ਕੋਈ ਜ਼ਮਾਨਤ ਨਹੀਂ ਮਿਲ ਸਕਦੀ। ਹੱਕ ਹੈ ਨਹੀਂ ਜ਼ਮਾਨਤ ਲੈਣ ਦਾ, ਪਰ ਸਾਹਿਬ ਹੱਥ ਵਡਿਆਈਆਂ ਵਾਲੀ ਗੱਲ ਆ ਜੀ। ਉਹ ਗੱਲ ਆ ਕਿ ਸਾਹਿਬ ਵੱਡੇ ਨੇ ਤੇ ਜਿਹਨੂੰ ਮਰਜ਼ੀ ਉਹ ਦੇ ਦੇਣ ਜ਼ਮਾਨਤ, ਜਿਹਨੂੰ ਮਰਜ਼ੀ ਨਾ ਦੇਣ। ਹਾਂਜੀ,
ਇਹ ਯਾਪਾ ਦੇ ਐਕਟ ਤਹਿਤ ਚਾਵਲਾ ਸਾਹਿਬ ਕੇਸ ਦਰਜ ਹੋਏ ਤਕਰੀਬਨ ਫਰਜ਼ ਕਰ ਲਓ 1300, ਸਜ਼ਾ ਹੋਈ ਸਿਰਫ 120 ਨੂੰ, ਤੇ ਬਾਕੀ ਬੰਦਿਆਂ ਦਾ ਕਸੂਰ ਕੀ ਸੀਗਾ ਜਿਹੜੇ ਜੇਲ੍ਹ 'ਚ ਬੰਦ ਕਰਤੇ? ਬਸ ਉੱਥੇ ਤਾਂ ਮਨੁੱਖੀ ਅਧਿਕਾਰ ਆਇਆ ਨਹੀਂਗਾ, ਮਨੁੱਖੀ ਅਧਿਕਾਰ ਕਮਿਸ਼ਨ ਕੋਈ ਸੱਟ ਵੱਜੀ। ਚਲੋ ਬਲਕਿ ਉਦੋਂ ਹੁਣ 7 ਵਜੇ ਦੇ ਲੋਕੀ, ਜੇਕਰ ਤੁਹਾਡੇ ਬੀਜੇਪੀ ਵਾਲੇ ਨੂੰ ਕੁਛ 7 ਵਜੇ ਦੇ ਉੱਪਰ ਸ਼ਰਮਾ ਦੇ ਪਿੱਛੇ ਪੈ ਜਾਂਦਾ ਬੰਦਾ ਕੋਈ, ਤਾਂ 7 ਵੱਜਦੀ ਹੈ ਜੀ ਬੰਦੇ ਦੇ ਉੱਪਰ। ਇਹ ਏਦਾਂ ਦੀ ਗੱਲ ਆ ਨਾ ਜੀ। ਬਸ ਇਹ ਹੈ ਡਾਡਿਆਂ ਦਾ ਸੱਚੀ ਵੀ 100। ਖੈਰ, 2 ਗੈਂਗਸਟਰਾਂ ਦੇ ਜਿਹੜੇ ਇਨਕਾਊਂਟਰ ਦੀ ਚਰਚਾ ਹੈ, ਅਜਨਾਲਾ ਦੇ SDM ਅਮਨਪ੍ਰੀਤ ਸਿੰਘ ਕਾਰੇ ਨੇ ਜਾਂਚ ਨਿਆਇਕ ਸ਼ੁਰੂ ਹੋ ਗਈ ਹੈ, ਕੀ ਕਹਿਣਾ ਚਾਹੋਗੇ? ਇੱਕ ਲਾਈਨ ਪੜ੍ਹੀ ਆ ਮੈਂ ਇੱਕ ਅਖਬਾਰ ਦੇ ਵਿੱਚ, ਲਾਸਟ ਚ ਲਾਈਨ ਲਿਖੀ ਉਹਨੇ, ਉਹ ਲਾਈਨ ਆਪਣੇ ਆਪ ਚ ਬੜਾ ਕੁਝ ਸਪਸ਼ਟ ਕਰਦੀ ਆ। ਉਹ ਲਾਈਨ ਕਹਿੰਦੀ ਆ ਕਿ ਉੱਥੇ ਇਲਾਕੇ ਦੇ ਕੁਝ ਲੋਕ ਕਹਿੰਦੇ ਆ ਕਿ ਇਹਨਾਂ 2 ਮੁੰਡਿਆਂ ਨੂੰ ਪੁਲਿਸ ਕਾਰ ਵਿੱਚ ਲੈ ਕੇ ਆਈ ਆ। ਤੇ ਹੁਣ ਇਹ ਇੱਕ ਲਾਈਨ ਹੀ ਆ, ਬਸ ਇੱਕ ਲਾਈਨ ਦੇ ਵਿੱਚ ਹੀ ਗੱਲ। ਇਸੇ ਨਿਆਇਕ ਜਿਹੜੀ ਕਿ ਜਾਂਚ ਸ਼ੁਰੂ ਹੋਈ ਆ, ਇਸੇ ਖਬਰ ਦੇ ਵਿੱਚ ਲਾਸਟ ਲਾਈਨ ਹੈ। ਹੁਣ ਇਹ ਜਿਹੜਾ ਕਿ SDM ਅਮਨਪ੍ਰੀਤ ਸਿੰਘ ਹੈਗੇ ਆ, ਇਹ ਜਾਂਚ ਕਰ ਰਹੇ ਆ, ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ ਇਲਾਕੇ ਦੇ ਲੋਕਾਂ ਤੋਂ, ਪੁਲਿਸ ਦੇ ਮੁਲਾਜ਼ਮਾਂ ਤੋਂ, ਅਧਿਕਾਰੀਆਂ ਤੋਂ। ਮੌਕਾ ਦੇਖਿਆ ਜਾ ਰਿਹਾ ਕਿਵੇਂ ਹੈਗੇ ਕਿ ਸੀਲ ਆ ਬਿਲਡਿੰਗ, ਉਹ 500 ਮੀਟਰ ਤੱਕ ਉਸ ਬਿਲਡਿੰਗ ਦੇ ਅੰਦਰ ਕੋਈ ਜਾ ਨਹੀਂ ਸਕਦਾ ਬੰਦਾ, ਅੱਜ ਵੀ ਉਹ ਸੀਲ ਆ। ਉੱਥੇ ਅਮਨਪ੍ਰੀਤ ਜਾ ਕੇ ਜਿਹੜੇ SDM, ਭਾਵੇਂ ਕਿ SDM ਦੀ ਜਿਹੜੀ ਕਿ ਉਹ ਸਰਕਾਰ ਦੇ ਅਧੀਨ ਹੀ ਕੰਮ ਕਰਦਾ ਹੁੰਦਾ, SDM ਕੋਈ ਵੱਖਰਾ ਕੰਮ ਨਹੀਂ ਕਰਦਾ ਹੁੰਦਾ, ਉਹਨੇ ਸਰਕਾਰ ਦੇ ਕੰਮ ਹੀ ਕਰਨੇ ਹੁੰਦੇ ਆ। ਪਰ ਮਤਲਬ ਕਿ ਇਹ ਹੁਣ ਨਿਆਇਕ ਜਾਂਚ ਹੈ, ਇਹ ਮਨੁੱਖੀ ਅਧਿਕਾਰ ਕਮਿਸ਼ਨ ਦੀ ਆਗਿਆ ਤੋਂ ਬਾਅਦ, ਉਹਨਾਂ ਦੇ ਹੁਕਮਾਂ ਤੋਂ ਬਾਅਦ ਸ਼ੁਰੂ ਕੀਤੀ ਗਈ ਆ। ਦੇਖੋ ਰਿਜ਼ਲਟ ਕੀ ਹੋਣਾ ਚਾਹੀਦਾ। ਇੱਕ ਹੋਰ ਕਾਲਰ ਨੇ, ਫਿਰ ਵਾਈਂਡ ਅਪ ਕਰਦੇ ਹਾਂ। ਵੈਲਕਮ ਜੀ। ਹੈਲੋ, ਸਤਿ ਸ਼੍ਰੀ ਅਕਾਲ ਚਾਵਲਾ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਮੈਂ ਪਹਿਲੀ ਵਾਰ ਕਾਲ ਕੀਤਾ ਤੁਹਾਡੇ ਪ੍ਰੋਗਰਾਮ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਲੱਗ ਰਿਹਾ ਸੀ। ਮਿਹਰਬਾਨੀ, ਸੋ ਨਾਈਸ ਸਰ, ਥੈਂਕ ਯੂ। ਮੈਂ ਉਹ ਜਿਹੜੀ ਤੁਸੀਂ ਦਿੱਲੀ ਦੇ ਪਾਠਕ੍ਰਮ ਦੇ ਵਿੱਚ ਜਾਂ ਜਿਹੜਾ ਉਹਨਾਂ ਦਾ ਸਿਲੇਬਸ ਹੈ, ਉਹਦੇ ਬਾਰੇ ਥੋੜਾ ਜਿਹਾ ਮੇਰਾ ਦਿਲ ਕੀਤਾ ਕਿ ਮੈਂ ਤੁਹਾਨੂੰ ਪਾਰਟਿਸਿਪੇਟ ਕਰਾਂ। ਜ਼ਰੂਰ, ਮੇਰੀ ਨੌਲੇਜ ਹੈ। ਉਹ ਐਕਚੁਅਲੀ ਜਿਹੜਾ ਉਹਨਾਂ ਨੇ ਟੈਰਰਿਸਟ ਕਿਹਾ ਨਾ ਭਗਤ ਸਿੰਘ ਜੀ ਨੂੰ, ਉਹ ਇਸ ਸੰਦਰਭ ਚ ਕਿਹਾ ਹੈ ਕਿ ਗੋਰੇ ਜਿਹੜੇ ਸੀ, ਇੰਗਲਿਸ਼ ਬ੍ਰਿਟਿਸ਼ ਜਿਹੜੇ ਸੀ, ਉਹ ਉਹਨੂੰ ਐਜ਼ ਏ ਟੈਰਰਿਸਟ ਮੰਨਦੇ ਸੀ, ਨਾ ਕਿ ਇੰਡੀਅਨ ਗਵਰਨਮੈਂਟ ਉਹਨੂੰ ਐਜ਼ ਏ ਟੈਰਰਿਸਟ ਮੰਨਦੀ ਸੀ। ਪੈਰਾ ਪੂਰਾ ਪੜ੍ਹ ਦੋਗੇ? ਕਿਉਂਕਿ ਉਹ ਟੈਰਰ ਐਕਟੀਵਿਟੀਜ਼ ਕਰਦੇ। ਤੁਸੀਂ ਪੈਰਾ ਪੂਰਾ ਪੜ੍ਹ ਦੋਗੇ? ਹਾਂਜੀ, ਉਹਦਾ ਪੈਰਾ ਪੂੜਾ ਪੜ੍ਹ ਸਕਦੇ ਹੋ? ਨਹੀਂ ਭਾਜੀ, ਮੇਰੇ ਕੋਲ ਇਸ ਟਾਈਮ, ਪਰ ਮੈਂ ਜੋ ਕਹਿ ਰਿਹਾ, ਮੈਂ ਇਹੀ ਸਰਦਾਰ ਸਿਮਰਜੀਤ ਸਿੰਘ ਮਾਨ ਵੀ ਰੰਗਲਾ ਪੰਜਾਬ। ਮੇਰੀ ਗੱਲ ਪੂਰੀ ਹੋ ਲੈਣ ਦਿਓ, ਉਸ ਤੋਂ ਬਾਅਦ ਤੁਸੀਂ ਜੋ ਵੀ ਕਹੋਗੇ ਮੈਂ ਮੰਨਾਂਗਾ। ਤੁਸੀਂ ਜੋ ਵੀ ਕਹੋਗੇ ਜੀ ਜੀ, ਉਹ ਆਪਣੇ ਸਾਹਮਣੇ ਕਹੋਗੇ। ਉਹ ਜਿਹੜੀ ਜੋ ਵੀ ਉਹ ਆਤੰਕਵਾਦੀਆਂ ਜਾਂ ਲੋਕਾਂ ਦੇ ਵਿੱਚ ਇੱਕ ਭੈ ਫੈਲਾਉਂਦੀਆਂ, ਕਿਉਂਕਿ ਉਹ ਆਜ਼ਾਦੀ ਚਾਹੁੰਦੇ ਸੀ, ਤੇ ਗੋਰੇ ਜਿਹੜੇ ਸੀ, ਬ੍ਰਿਟਿਸ਼ ਜਿਹੜੀ ਹਕੂਮਤ ਸੀ, ਉਹ ਇੰਡੀਆ ਤੇ ਰਾਜ ਕਰਨਾ ਚਾਹੁੰਦੀ ਸੀ। ਤੇ ਉਹਦੇ ਸੰਦਰਭ ਦੇ ਵਿੱਚ ਜੋ ਇਹ ਕਿਤਾਬਾਂ ਦੇ ਵਿੱਚ ਲਿਖਿਆ, ਮੇਰਾ ਖੁਦ ਦਾ ਨਾਮ ਸਤਨਾਮ ਸਿੰਘ ਹੈ, ਤੇ ਮੈਂ ਖੁਦ ਟੀਚਰ ਰਿਹਾ ਇੰਡੀਆ ਦੇ ਵਿੱਚ, ਕਾਫੀ ਸਾਲ ਮੈਂ ਪੜ੍ਹਾਉਂਦਾ ਰਿਹਾ ਉੱਥੇ। ਤੇ ਉਹ ਉਸ ਸੰਦਰਭ ਦੇ ਵਿੱਚ ਲਿਖਿਆ ਕਿ ਗੋਰੇ ਭਗਤ ਸਿੰਘ ਨੂੰ, ਚੰਦਰ ਸ਼ੇਖਰ ਆਜ਼ਾਦ ਨੂੰ, ਤੇ ਹੋਰ ਜਿੰਨੇ ਵੀ ਇਹਨਾਂ ਦੇ ਨਾਲ ਸੀ, ਉਹਨਾਂ ਨੂੰ ਆਤੰਕਵਾਦੀ ਮੰਨਦੇ ਸੀ, ਨਾ ਕਿ ਇੰਡੀਆ ਦੀ ਗਵਰਨਮੈਂਟ ਜਾਂ ਇੰਡੀਅਨ ਲੋਕ ਜਿਹੜੇ ਉਹਨਾਂ ਨੂੰ ਆਤੰਕਵਾਦੀ ਕਹਿੰਦੇ ਸੀ ਜੀ। ਇਹੀ ਗੱਲ ਕੁਝ ਭਾਰਤ ਦੇ ਲੋਕ ਜਿਹੜੇ ਸੀ, ਉਹ ਬ੍ਰਿਟਿਸ਼ ਗਵਰਨਮੈਂਟ ਦੇ ਨਾਲ ਰਲੇ ਹੋਏ ਸੀ। ਕੁਝ ਲੋਕ ਜਿਹੜੇ ਸਰਕਾਰੀ ਨੌਕਰੀਆਂ ਕਰਦੇ ਸੀ, ਉਹ ਜ਼ਰੂਰ ਉਹਨਾਂ ਦੀ ਹਮਾਇਤ ਚ, ਗੋਰਿਆਂ ਦੀ ਹਮਾਇਤ ਪਾਉਂਦੇ ਸੀ। ਜੀ ਮਿਹਰਬਾਨੀ, ਤੁਹਾਡਾ ਸਵਾਲ ਖਤਮ ਹੋ ਗਿਆ। ਹਾਂਜੀ, ਮੈਂ ਜਦੋਂ ਪਹਿਲੀ ਵਾਰੀ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਇਹ ਗੱਲ ਕਹੀ ਸੀ ਨਾ ਜੀ, ਹਾਂਜੀ, ਉਦੋਂ ਸੋਸ਼ਲ ਨੈਟਵਰਕ ਵੀ ਆਈ ਨਹੀਂ ਸੀ, ਨਾ YouTube Facebook ਆ, ਤੇ COVID-19 ਤੋਂ ਬਾਅਦ ਵੱਡੇ ਵੱਡੇ ਮਹਾਰਥੀ ਚੈਨਲ ਸ਼ੁਰੂ ਹੋ ਗਏ ਨੇ, ਜਿਹਦੇ ਵਿੱਚ ਕੋਈ ਪਤਾ ਨਹੀਂ ਹੁੰਦਾ ਅੱਗਾ ਪਿੱਛਾ ਕੀ ਆ। ਗੀਤਾ ਸਾਹਿਬ, ਗੱਲ ਰਿਪੀਟ ਕਰਨ ਲੱਗਾ, 100 ਵਾਰ ਵੀ ਰਿਪੀਟ ਕਰਾਂਗਾ। ਮੈਂ ਕੈਸਟ ਲੱਭ ਰਿਹਾ, ਲੱਭ ਨਹੀਂ ਰਹੀ। ਮਤਲਬ ਕੈਸਟ ਦਾ ਯੁੱਗ ਖਤਮ ਹੋ ਗਿਆ, ਤੇ ਅਸੀਂ ਪੈਕ ਕਰਕੇ ਰੱਖ ਦਿੱਤੀਆਂ ਨੇ ਸਾਰੀਆਂ, ਹਨ। ਉਹਦੇ ਚ ਰਿਕਾਰਡਿੰਗ ਮੇਰੇ ਕੋਲ ਸ਼ਾਇਦ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਉਸ ਇੰਟਰਵਿਊ ਦੀ ਪਈ ਹੈ, ਜਿਸ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਮੈਂ ਕਹਿੰਦਾ ਕਿ ਅੰਗਰੇਜ਼ ਜਿਵੇਂ ਅੱਜ ਕਹਿੰਦੇ ਨੇ ਕਿ ਸਿੱਖ ਅੱਤਵਾਦੀ ਹੈ, ਉਵੇਂ ਅੰਗਰੇਜ਼ਾਂ ਦੇ ਨਿਗਾਹ ਦੇ ਵਿੱਚ ਭਗਤ ਸਿੰਘ ਅੱਤਵਾਦੀ, ਰਾਜਗੁਰੂ ਸੁਖਦੇਵ ਅੱਤਵਾਦੀ। ਉਸ ਵਕਤ ਸਟੇਟਮੈਂਟ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਰੰਗਲਾ ਪੰਜਾਬ ਵਿੱਚ ਇਹ ਸੀ। ਉਹ ਕਹਿੰਦੇ ਸੀ, ਮੇਰੀ ਗੱਲ ਨੂੰ ਤਰੋੜ ਮਰੋੜ ਕੇ ਪੇਸ਼ ਕੀਤਾ। ਮੈਂ ਆਹ ਕਹਿਣਾ ਚਾਹੁੰਦਾ, ਜਿਹੜੀ ਗੱਲ ਤੁਸੀਂ ਕਹਿਤੀ ਹੈ ਵੀਰ ਜੀ, ਇਹੀ ਗੱਲ ਭਗਤ ਸਿੰਘ ਹੁਣਾਂ ਦੇ ਬਾਰੇ ਸਰਦਾਰ ਸਿਮਰਜੀਤ ਸਿੰਘ ਮਾਨ ਹੁਣਾਂ ਨੇ ਸਾਡੇ ਪ੍ਰੋਗਰਾਮ ਦੇ ਵਿੱਚ ਕਹੀ। ਮੈਂ ਆਪਣੇ ਪ੍ਰੋਗਰਾਮ ਦੀ ਗੱਲ ਕਰਾਂਗਾ, ਆਈ ਡੋਂਟ ਕੇਅਰ ਫॉर ਐਨੀਵਨ, ਠੀਕ ਹੈ। ਸੈਕੰਡ ਜੀ, ਜੇ ਉਹ ਕਿਤਾਬ ਦੇ ਵਿੱਚ ਇਦਾਂ ਲਿਖਿਆ ਗਿਆ ਆ, ਤੇ ਮੇਰੇ ਖਿਆਲ ਦੇ ਵਿੱਚ ਹੁਣ ਤੱਕ ਤਾਂ ਉਹਦੇ ਜਿਹੜੇ ਚੈਪਟਰ ਛਾਪ ਕੇ ਨਾ ਸੋਸ਼ਲ ਨੈਟਵਰਕ ਮੀਡੀਆ ਦੇ ਮਹਾਰਥੀਆਂ ਨੇ, ਤੇ ਸਰਦਾਰ ਸਿਮਰਜੀਤ ਸਿੰਘ ਦੀ ਬੋਲਣੀ ਬੰਦ ਕਰ ਦੇਣੀ ਸੀਗੀ। ਦੇਖੋ, ਇਹ ਸਾਰਾ ਪੋਲੀਟੀਕਲ ਏਜੰਡਾ ਹੁੰਦਾ ਹੈ। ਇਹਦੇ ਵਿੱਚ ਤੁਹਾਨੂੰ ਪਤਾ ਹੈ ਕਿ ਜਿਹੜੇ
ਤੁਹਾਡਾ ਨੈਟਵਰਕ ਸਿਸਟਮ ਵੀ ਹੈ, ਉਹਦੇ 'ਚ ਵੀ ਲੋਕ ਰਲੇ ਹੁੰਦੇ ਨੇ, IP ਜਿਹੜਾ ਤੁਸੀਂ ਕਹਿੰਦੇ ਹੋ ਨਾ, ਇਹ ਸਾਰਾ ਸਿਸਟਮ ਹੈ। ਪਰ ਜੋ ਉਹਨਾਂ ਨੇ, ਕਿਉਂਕਿ ਜੋ ਕਿਤਾਬਾਂ 'ਚ ਪੜ੍ਹਾਉਣਗੇ ਬੱਚਿਆਂ ਨੂੰ ਸਹੀ ਸਪਸ਼ਟੀਕਰਨ ਆ ਜਾਣਾ ਸੀ ਨਾ ਕਿ ਦਿੱਲੀ ਨੂੰ ਇੰਨਾ ਕ੍ਰਿਟੀਸਾਈਜ਼ ਹੋ ਰਹੀ ਹੈ ਇਸ ਵਕਤ ਸਟੱਡੀ ਦੇ ਲੈ ਕੇ ਵੀ ਭਗਤ ਸਿੰਘ ਨੂੰ ਤੁਸੀਂ ਆਪ ਖੁਦ ਕਿਤਾਬਾਂ ਦੇ ਵਿੱਚ ਟੈਰਰਿਸਟ ਦੱਸਦੇ ਹੋ। ਉਹਨਾਂ ਨੇ ਤਾਂ ਹੁਣ ਤੱਕ ਉਹਨਾਂ ਦੇ IT ਸੈੱਲਾਂ ਤੇ ਨੇਰੀ ਲਿਆ ਦੇਣੀ ਸੀ ਵੀ ਆਹ ਚੱਕੋ ਲਿਖਿਆ ਤੇ ਆਹ ਵਾ, ਤੁਸੀਂ ਗਲਤ ਪ੍ਰਚਾਰ ਕਰਦੇ ਹੋ। ਦੇਖੋ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਮੈਂ ਤੁਹਾਡੀ ਗੱਲ ਨਾਲ ਮੰਨਦਾ, ਮੈਂ ਸਹਿਮਤ ਹਾਂ ਤੁਹਾਡੀ ਗੱਲ ਨਾਲ। ਚਾਹੁੰਦਾ ਮੈਂ ਜੋ ਵੀ ਦੱਸਿਆ ਮੈਂ ਤੁਹਾਨੂੰ ਆਪਣੀ ਨੌਲੇਜ ਤੇ ਆਪਣੀ ਜੋ ਵੀ ਮੈਂ ਪੜ੍ਹਿਆ ਜਾਂ ਪੜ੍ਹਾਉਂਦਾ ਰਿਹਾ ਮੈਂ ਉਹਦੇ ਹਿਸਾਬ ਨਾਲ ਤੁਹਾਨੂੰ। ਚਲੋ ਮਿਹਰਬਾਨੀ, ਸੋ ਨਾਈਸ ਸਰ, ਥੈਂਕ ਯੂ। ਠੀਕ ਹੈ ਸਾਹਿਬ। ਪਰ ਚਾਵਲਾ ਸਾਹਿਬ ਗੱਲ ਇੱਥੇ ਹੋਰ ਹੈ ਨਾ, ਕੱਲ ਜਿਹੜਾ ਸਿਮਰਜੀਤ ਸਿੰਘ ਮਾਨ ਨੇ ਕੱਲ ਦਿੱਤੀ ਇੰਟਰਵਿਊ, ਲੇਟੈਸਟ ਇੰਟਰਵਿਊ ਆ ਕੱਲ, ਹੁਣ ਬਦਲਦੇ ਪਏ ਸਾਹਿਬ ਦੇ ਵਿੱਚ, ਉਹਦੇ ਵਿੱਚ ਉਹਨਾਂ ਨੇ ਇਹ ਆਖਿਆ ਕਿ ਜੇਕਰ ਅਫਸਲ ਗੁਰੂ ਪਾਰਲੀਮੈਂਟ ਤੇ ਅਟੈਕ ਕਰਨ ਵਾਲਾ ਅੱਤਵਾਦੀ ਹੈ ਤਾਂ ਭਗਤ ਸਿੰਘ ਵੀ ਅੱਤਵਾਦੀ ਹੈ। ਜੇਕਰ ਅਸੀਂ ਪਾਰਲੀਮੈਂਟ ਦੇ ਵਿੱਚ ਬੈਠੇ ਹੈਗੇ ਆ, ਸਾਡੇ ਉੱਤੇ ਕੋਈ ਬੰਬ ਸੁੱਟ ਦੇਵੇ, ਹੁਣ ਹਰ ਕੋਈ ਜਰਨਲਿਸਟ ਨੂੰ ਕਹਿ ਰਿਹਾ ਬੰਦਾ, ਉਹ ਕਹਿ ਰਹੇ ਜਰਨਲਿਸਟ ਨੂੰ ਕਹਿੰਦਾ ਵੀ ਜੇਕਰ ਅੱਜ ਬੰਬ ਸੁੱਟ ਦੇਵੇ ਪਾਰਲੀਮੈਂਟ ਦੇ ਵਿੱਚ, ਅਸੀਂ ਕਿੰਨਾ ਸਹੀ ਕਹਾਂਗੇ ਉਹਨੂੰ। ਮਤਲਬ ਹੁਣ ਇੱਥੇ ਆ ਕੇ ਸਿਮਰਜੀਤ ਸਿੰਘ ਮਾਨ ਨੇ ਕੋਈ ਗੱਲ ਇੱਧਰ ਨਹੀਂ ਕੀਤੀ, ਉੱਧਰ ਨਹੀਂ ਕੀਤੀ, ਸਿੱਧੇ ਤੌਰ ਤੇ ਅੱਤਵਾਦੀ ਕਿਹਾ। ਬਿਲਕੁਲ ਭਗਤ ਸਿੰਘ ਕੋਈ ਉੱਤਰ ਤੇ ਗੱਲ ਨਹੀਂ ਕੀਤੀ ਨੇ ਕੋਈ। ਨਹੀਂ ਹੁਣ ਉਸ ਕਿਹਾ ਜੇ ਆਪਸ ਵਿੱਚ ਕੋਈ ਅੱਤਵਾਦੀ ਆ ਤਾਂ ਫਿਰ ਭਗਤ ਸਿੰਘ ਭਾਜੀ ਗੱਲ ਇਹ ਆ ਕਿ ਬਹੁਤ ਕੁਝ ਹੋਰ ਸੋਸ਼ਲ ਨੈਟਵਰਕ ਮੀਡੀਆ ਤੇ ਲੋਕ ਚੈਲੰਜ ਕਰਕੇ ਸਰਦਾਰ ਭਗਤ ਸਿੰਘ ਹੁਣਾਂ ਦੀ ਜੀਵਨੀ ਦੇ ਉੱਤੇ ਦਾਗ ਲਾਉਣ ਦਾ ਯਤਨ ਕਰ ਰਹੇ ਨੇ। ਪਰ ਇਹ ਵਾਦ-ਵਿਵਾਦ ਕਿਉਂ ਸ਼ੁਰੂ ਹੋਇਆ? ਨਹੀਂ ਹੋਣਾ ਚਾਹੀਦਾ ਸੀ। ਇਹਦੇ ਵਿੱਚ ਬਹੁਤ ਕੁਝ, ਕੋਈ ਸੱਚੇ ਨੇ, ਕੋਈ ਝੂਠੇ ਨੇ, ਕੋਈ ਝੂਠੇ ਨੇ, ਕੋਈ ਸੱਚੇ ਨੇ। ਅਸੀਂ ਤਾਂ ਸਿਰਫ ਖਬਰਾਂ ਸੁਣਾਉਣੀਆਂ ਨੇ। ਜੇ ਦਿੱਲੀ ਦੇ ਵਿੱਚ ਬਾਕੀ ਭਾਜੀ ਇਹ ਕਹਿ ਕੇ ਗਏ ਨੇ ਵੀ ਉਹ ਇੱਦਾਂ ਪੜ੍ਹਾਇਆ ਜਾ ਰਿਹਾ, ਤਾਂ ਮੇਰੇ ਖਿਆਲ 'ਚ ਅੱਜ ਕੱਲ੍ਹ ਤਾਂ ਸੋਸ਼ਲ ਨੈਟਵਰਕ ਮੀਡੀਆ ਕਈ ਕੁਝ ਦਿਖਾ ਸਕਦਾ। ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ। ਸੋਮਵਾਰ ਨੂੰ ਮਿਲਦੇ ਹਾਂ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।